गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग FM ए रंग FM, तुसी सुन रहे हो रंग FM। रेडियो रंग FM ਵੇਖ ਰਹੇ ਦਰਸ਼ਕਾਂ ਦਾ ਅਦਬੀ ਰਿਸ਼ਮਾ ਪ੍ਰੋਗਰਾਮ ਵਿੱਚ ਹਾਰਦਿਕ ਸਵਾਗਤ ਹੈ। ਜੀ ਆਇਆਂ, ਵੈਲਕਮ। ਤੋ ਦੋਸਤੋ, ਹਾਜ਼ਰ ਹਾਂ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਅਦਬੀ ਰਿਸ਼ਮਾ ਲੈ ਕੇ। ਤੋ ਅੱਜ ਜਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ, ਉਹਨਾਂ ਨੇ ਪੰਜਾਬੀ ਕਾਵਿ ਜਗਤ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਨੇ। ਪੰਜਾਬੀ ਕਾਵਿ ਜਗਤ ਦੇ ਵਿੱਚ ਬਹੁਤ ਸਾਰੀਆਂ ਪੁਸਤਕਾਂ ਉਹਨਾਂ ਨੇ ਸਾਨੂੰ ਦਿੱਤੀਆਂ। ਇਸ ਤੋਂ ਪਹਿਲਾਂ ਕਿ ਅਸੀਂ ਡਾਕਟਰ ਰਵਿੰਦਰ ਜੀ ਜੋ ਬਟਾਲਾ ਸ਼ਹਿਰ ਦੇ ਨਾਲ ਸੰਬੰਧਿਤ ਹਨ, ਉਹਨਾਂ ਦੇ ਨਾਲ ਤੁਹਾਡਾ ਤਾਰਫ ਕਰਵਾਈਏ, ਭਰਵੀਂ ਜਾਣ ਪਹਿਚਾਣ ਕਰਾਈਏ। ਆਓ ਦੇਖਦੇ ਹਾਂ ਉਹਨਾਂ ਦੀਆਂ ਪੁਸਤਕਾਂ।
ਦੋਸਤੋ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਤੇ ਭਰਵਾਂ ਸਵਾਗਤ। ਉਹ ਸਾਡੇ ਦਰਸ਼ਕ, ਉਹ ਸਾਡੇ ਸਰੋਤੇ ਜੋ ਸਾਨੂੰ ਸੁਣਦੇ ਨੇ, ਜੋ ਸਾਨੂੰ ਲਾਈਵ ਦੇਖ ਰਹੇ ਨੇ, ਜੋ ਕਮੈਂਟ ਕਰਦੇ ਨੇ ਔਰ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲਿਖ ਕੇ ਸਾਨੂੰ ਭੇਜਦੇ ਨੇ, ਉਹਨਾਂ ਦਾ ਵੀ ਹਾਰਦਿਕ ਸਵਾਗਤ। ਸੋ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਸਾਂਝ ਪਾਉਣ ਜਾ ਰਹੇ ਹਾਂ, ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ, ਉਹਨਾਂ ਦਾ ਸੰਬੰਧ ਕਾਵ ਜਗਤ ਦੇ ਨਾਲ ਹੈ। ਤੇ ਅਗਲੀ ਗੱਲ ਜਿਹੜੀ ਮਹੱਤਵਪੂਰਨ ਹੈ, ਉਹਨਾਂ ਦਾ ਜਿਹੜਾ ਅਗਲਾ ਸੰਬੰਧ ਹੈ ਜਿੱਥੇ ਉਹ ਰਹਿੰਦੇ ਨੇ, ਉਹਨਾਂ ਦਾ ਸੰਬੰਧ ਬਟਾਲਾ ਸ਼ਹਿਰ ਦੇ ਨਾਲ ਹੈ, ਜਿਸ ਸ਼ਹਿਰ ਦਾ ਸ਼ਿਵ ਕੁਮਾਰ ਬਟਾਲਵੀ ਹੈ, ਜਿਸ ਨੂੰ ਹਰ ਬੱਚਾ, ਜਵਾਨ ਤੇ ਬਜ਼ੁਰਗ ਬਹੁਤ ਮੁਹੱਬਤ ਕਰਦਾ ਹੈ, ਬਹੁਤ ਪ੍ਰੇਮ ਕਰਦਾ ਹੈ। ਬਟਾਲਾ ਸ਼ਹਿਰ ਨੂੰ ਵਰਦਾਨ ਹੈ, ਵਰਦਾਨ ਪ੍ਰਾਪਤ ਹੈ। ਉਹ ਸਾਹਿਤਕਾਰਾਂ ਦੀ ਧਰਤੀ ਹੈ, ਉਹ ਗਤੀਵਿਧੀਆਂ ਦੀ ਧਰਤੀ ਹੈ, ਉਹ ਸਾਹਿਤਕ ਸਰਗਰਮੀਆਂ ਦੀ ਧਰਤੀ ਹੈ ਤੇ ਉਸ ਧਰਤੀ ਨੇ ਬਹੁਤ ਸਾਰੇ ਸਾਹਿਤਕਾਰਾਂ ਨੂੰ ਜਨਮ ਦਿੱਤਾ। ਤੇ ਇਸੇ ਲੜੀ ਦੇ ਵਿੱਚ ਹੀ ਅੱਜ ਸਾਡੇ ਕੋਲ ਮਹਾਨ ਸ਼ਖਸੀਅਤ, ਜਿਨ੍ਹਾਂ ਦਾ ਪੰਜਾਬੀ ਕਾਵ ਜਗਤ ਦੇ ਵਿੱਚ ਇੱਕ ਵਿਲੱਖਣ ਸਥਾਨ ਹੈ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ, ਜਿਨ੍ਹਾਂ ਦਾ ਰਚਨਾ ਕਾਲ ਲਗਭਗ ਅੱਧੀ ਸਦੀ ਦੇ ਵਿੱਚ ਫੈਲਿਆ ਹੋਇਆ ਹੈ। ਮੇਰੀ ਮੁਰਾਦ ਹੈ ਜੀ ਡਾਕਟਰ ਰਵਿੰਦਰ ਜੀ, ਜੋ ਬਟਾਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋ ਡਾਕਟਰ ਰਵਿੰਦਰ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ, ਜੀ ਆਇਆਂ, ਵੈਲਕਮ, ਸ਼ਾਮਤੀ। ਥੈਂਕ ਯੂ ਬਲਜੀਤ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ। ਬੜੀ ਖੁਸ਼ੀ ਹੋਈ ਤੁਹਾਡੇ ਰਾਹੀਂ ਸਾਰਿਆਂ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮਿਲ ਕੇ। ਹਾਂਜੀ, ਅੱਜ ਅਸੀਂ ਬਹੁਤ ਸਰ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ, ਦਿਲ ਦੀਆਂ ਗੱਲਾਂ ਕਰਾਂਗੇ, ਤੁਹਾਡੀ ਸਾਹਿਤਕ ਯਾਤਰਾ ਦੀਆਂ ਗੱਲਾਂ ਕਰਾਂਗੇ, ਉਹਨਾਂ ਵਿਸ਼ਿਆਂ ਦੀਆਂ ਗੱਲਾਂ ਕਰਾਂਗੇ ਜਿਸ ਨੂੰ ਤੁਸੀਂ ਆਪਣੀ ਵਿਚਾਰਧਾਰਾ ਦੇ ਰਾਹੀਂ ਪੇਸ਼ ਕੀਤਾ। ਸੋ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੀ ਸ਼ਾਇਰੀ ਦੀ ਗੱਲ ਕਰੀਏ, ਮੈਂ ਇੱਥੋਂ ਸਵਾਲ ਆਪਣਾ ਸ਼ੁਰੂ ਕਰਾਂਗੀ ਕਿ ਡਾਕਟਰ ਰਵਿੰਦਰ, ਜਿਨ੍ਹਾਂ ਨੂੰ ਅੱਜ ਕਿਉਂਕਿ ਪੰਜਾਬੀ ਕਾਵ ਜਗਤ ਦੇ ਵਿੱਚ ਨਹੀਂ ਸਗੋਂ ਸਾਹਿਤਕ ਸਰਗਰਮੀਆਂ ਦੇ ਵਿੱਚ ਡਾਕਟਰ ਰਵਿੰਦਰ ਇੱਕ ਵੱਡਾ ਨਾਂ ਹੈ। ਸੋ ਡਾਕਟਰ ਬਣਨ ਤੋਂ ਪਹਿਲਾਂ ਰਵਿੰਦਰ ਕੌਣ ਨੇ? ਤੁਸੀਂ ਜਰਾ ਜਾਣ ਪਹਿਚਾਣ ਕਰਾਓ ਕਿ ਰਵਿੰਦਰ ਕੌਣ ਨੇ। ਦਰਅਸਲ ਜੀ ਇਹ ਸਵਾਲ ਤਾਂ ਇਦਾਂ ਕਿ ਉਹ ਜੇ ਮੈਂ ਇਹਨੂੰ ਗੱਲ ਹੀ ਉਧਰੋਂ ਸ਼ੁਰੂ ਕਰਾਂਗੇ, ਬੋਲਿਆ ਕੀ ਜਾਣਾ ਮੈਂ ਕੌਣ, ਤਾਂ ਉਹ ਮਤਲਬ ਆਪਣੇ ਬਾਰੇ ਕਹਿਣਾ ਬਹੁਤ ਔਖਾ। ਪਰ ਮੈਂ ਡਾਕਟਰੀ ਦੇ ਪੇਸ਼ੇ 'ਤੇ ਆਉਣ ਤੋਂ ਪਹਿਲਾਂ ਇਸੇ ਹੀ ਸ਼ਹਿਰ ਦਾ ਮੈਂ ਜੰਮਪਲ ਹਾਂ ਤੇ ਇੱਥੇ ਮੈਂ ਸਕੂਲ ਦੀ ਸਿੱਖਿਆ ਵੀ ਤੇ ਇਹਨਾਂ ਹੀ ਫਿਜ਼ਾਵਾਂ 'ਚ, ਇਸੇ ਮਿੱਟੀ 'ਚ ਮੈਂ ਪਲ ਕੇ ਵੱਡਾ ਹੋਇਆ। ਤੇ ਇਸ ਤੋਂ ਇੱਥੇ ਮੇਰੇ ਪਿਤਾ ਜੀ ਦੀ ਇੱਕ ਫੈਕਟਰੀ ਸੀ, ਕਾਰਖਾਨੇ ਮਸ਼ੀਨਾਂ ਬਣਾਉਣ ਦੀ, ਤੇ ਬਟਾਲੇ ਦੇ ਵਿੱਚ ਕਾਫੀ ਸਾਹਿਤਕ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਸੀ। ਉਦੋਂ ਉਸ ਦੌਰ 'ਚ ਮੈਂ ਉਹ ਕੋਈ ਗੱਲ ਕਰ ਰਿਹਾ 1965 ਦੇ ਲਾਗੇ ਚਾਗੇ, ਜਦੋਂ ਅਸੀਂ ਉਦੋਂ 10-15 ਸਾਲ ਦਾ ਸੀ ਮੈਂ। ਉਦੋਂ ਇੱਥੇ ਮੁਸ਼ਾਇਰੇ ਹੁੰਦੇ ਸੀ, ਕਵੀ ਦਰਬਾਰ ਹੁੰਦੇ ਜਿਨ੍ਹਾਂ 'ਚ ਕਰਾਂ ਮਿਸਰਾ ਦੇ ਉੱਤੇ ਜਾਂ ਵੈਸੇ ਖੁੱਲੇ ਕਵੀ ਦਰਬਾਰ ਇੱਥੇ ਗਰਾਊਂਡਾਂ 'ਚ ਹੋਣੇ। ਉਹਨਾਂ ਵਿੱਚ ਉਸ ਵੇਲੇ ਦੇ ਮਹਾਨ ਸ਼ਾਇਰ ਜਿੱਦਾਂ ਬਰਕਤ ਰਾਮ ਯੂਮਨ, ਮੇਲਾ ਰਾਮ ਤਾਇਰ, ਗੋਪਾਲ ਦਾਸ ਗੋਪਾਲ ਤੇ ਦੀਵਾਨ ਸਿੰਘ ਮਹਿਰਮ, ਇਹ ਸਾਰੇ ਉੱਥੇ ਬੋਲਦੇ ਸੀ। ਤੇ ਬਾਕੀ ਬਾਹਰੋਂ ਵੀ ਚੰਗੇ ਵਧੀਆ ਜਿਹੜੇ ਲੇਖਕ ਆਉਂਦੇ ਹੁੰਦੇ ਸੀ। ਅਸੀਂ ਬਚਪਨ 'ਚ ਉਹਨਾਂ ਨੂੰ ਉੱਦਾਂ ਸੁਣਦੇ ਰਹੇ ਹਾਂ। ਔਰ ਸ਼ਿਵ ਕੁਮਾਰ ਬਟਾਲਵੀ ਵੀ ਬਰਕਤ ਰਾਮ ਯੂਮਨ ਹੋਰਾਂ ਦੇ ਉਹ ਇੱਕ ਸ਼ਾਗਿਰਦ ਦੇ ਤੌਰ ਤੇ ਹੀ ਉਹਨਾਂ ਦੀ ਇੱਜ਼ਤ ਕਰਦੇ ਸਨ ਤੇ ਉਹ ਰਹਿੰਦੇ ਸੀ। ਉਹਨਾਂ ਨੂੰ ਵੀ ਉੱਥੇ ਹੀ ਅਸੀਂ ਸੁਣਿਆ। ਤੇ ਫਿਰ ਇੱਦਾਂ ਹੌਲੀ ਹੌਲੀ ਮੇਰਾ ਕੁਦਰਤੀ ਤੌਰ ਤੇ ਥੋੜਾ ਸਾਹਿਤ ਵੱਲ ਬਸ ਸੀ। ਇਹ ਉਸ ਮਿੱਟੀ 'ਚੋਂ ਪ੍ਰਵਾਨ ਹੋ ਕੇ ਫਿਰ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਦਾਖਲ ਹੋਇਆ। ਉੱਥੇ ਮੈਂ MBBS ਤੋਂ ਬਾਅਦ ਬੱਚਿਆਂ ਦੀ ਡਾਕਟਰੀ ਕੀਤੀ। ਦਰਅਸਲ ਮੈਂ ਇੱਕ ਵਿੱਚੋਂ ਗੱਲ ਐਡ ਕਰਾਂ ਕਿ ਮੈਂ ਆਪਣੀ ਸ਼ਾਇਰੀ 'ਚ ਪਹਿਲੇ ਸ਼ੁਰੂ ਦੇ ਕੁਛ ਘੱਟ ਤੋਂ ਘੱਟ 15-20 ਸਾਲ ਮੈਂ ਆਪਣੇ ਨਾਂ ਨਾਲ ਡਾਕਟਰ ਨਹੀਂ ਸੀ ਲਿਖਦਾ ਹੁੰਦਾ। ਮੈਂ ਸਿਰਫ ਰਵਿੰਦਰ ਕਰਕੇ ਹੀ ਲਿਖਦਾ ਰਿਹਾ, ਨਾਗਮਣੀ 'ਚ ਵੀ, ਹੋਰ ਪਰਚਿਆਂ 'ਚ ਵੀ ਇਦਾਂ ਹੀ। ਫਿਰ ਉਹ ਜਿਹੜੀ ਜਦੋਂ ਮੇਰੀ ਚੌਥੀ ਕਿਤਾਬ ਛਪਣ ਲੱਗੀ, ਪਰ ਮੈਨੂੰ ਲੋਕੀ ਡਾਕਟਰ ਕਰਕੇ ਜ਼ਿਆਦਾ ਬੁਲਾਉਣ ਲੱਗ ਪਏ ਤੇ ਇੰਟਰੋਡਕਸ਼ਨ ਵੀ ਇਦਾਂ ਹੋਣੀ। ਫਿਰ ਪਰਮਿੰਦਰਜੀਤ ਨੇ ਕਿਹਾ ਵੀ ਨਹੀਂ, ਇਹ ਕੋਈ ਵਡਿਆਈ ਜਾਂ ਜਾਣ ਬੁੱਝ ਕੇ ਪ੍ਰਸ਼ੰਸਾ ਵਾਲੀ ਗੱਲ ਨਹੀਂ ਹੈ, ਤੇ ਇਹ ਪਹਿਚਾਣ ਦੀ ਲੋੜ ਆ। ਤੇ ਸ਼ਾਇਰੀ 'ਚ ਵੀ, ਕਵਿਤਾ ਦੇ ਫੀਲਡ 'ਚ ਵੀ ਮੈਂ ਫਿਰ ਡਾਕਟਰ ਰਵਿੰਦਰ ਕਰਕੇ ਲਿਖਣਾ ਸ਼ੁਰੂ। ਜੀ, ਡਾਕਟਰ ਰਵਿੰਦਰ, ਜਿਨ੍ਹਾਂ ਦੇ ਨਾਲ ਮੇਰਾ ਵੀ ਸੰਬੰਧ, ਜਦੋਂ ਮੈਂ ਬਚਪਨ ਦੇ ਵਿੱਚ ਬਹੁਤ ਛੋਟੀ ਸੀ ਤੇ ਉਦੋਂ ਸਾਡੇ ਇਲਾਕੇ ਵਿੱਚ ਪ੍ਰਚਲਿਤ ਸੀ ਕਿ ਡਾਕਟਰ ਰਵਿੰਦਰ ਨੇ, ਜੋ ਬੱਚਿਆਂ ਦੇ ਬਹੁਤ ਮਾਹਿਰ ਡਾਕਟਰ ਨੇ,
ਔਰ ਜਦੋਂ ਵੀ ਕੋਈ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਸੀ ਤਾਂ ਤੁਹਾਡੇ ਕੋਲ ਲੈ ਕੇ ਜਾਂਦੇ ਸੀ, ਤੇ ਮੇਰੀ ਵੀ ਵਿਜ਼ਿਟ ਤੁਹਾਡੇ ਕੋਲ ਹੁੰਦੀ ਰਹੀ ਹੈ ਛੋਟੇ ਹੁੰਦਿਆਂ। ਤੇ ਅੱਛਾ ਮੈਂ ਉਦੋਂ ਸਿਰਫ ਬਤੌਰ ਤੁਹਾਨੂੰ ਇੱਕ ਡਾਕਟਰ ਜਾਣਦੀ ਸੀਗੀ, ਤੇ ਬਹੁਤ ਦੇਰ ਬਾਅਦ ਵਿੱਚ ਪਤਾ ਚੱਲਿਆ ਕਿ ਜਿਹੜੇ ਡਾਕਟਰ ਦਵਾਈਆਂ ਨਾਲ ਜਿਨ੍ਹਾਂ ਦਾ ਸੰਬੰਧ ਹੈ, ਜਿਨ੍ਹਾਂ ਦਾ ਲੋਕਾਂ ਨੂੰ ਠੀਕ ਕਰਨ ਦੇ ਨਾਲ ਸੰਬੰਧ ਹੈ, ਖਾਸ ਤੌਰ ਤੇ ਬੱਚਿਆਂ ਨਾਲ ਸੰਬੰਧ ਹੈ, ਉਹ ਸਾਹਿਤ ਦੇ ਨਾਲ ਵੀ ਜੁੜੇ ਹੋਏ ਨੇ। ਤੇ ਸਰ ਤੁਹਾਡੀ ਜਿਹੜੀ ਬੈਕਗ੍ਰਾਉਂਡ ਹੈ ਸਾਇੰਸ ਦੀ ਹੈ, ਔਰ ਤੁਸੀਂ ਆਪਣਾ ਚਲੋ ਜਿਹੜਾ ਪਿਛੋਕੜ ਦੱਸਿਆ ਜਿਹਦੇ ਵਿੱਚ ਤੁਸੀਂ ਕਾਫੀ ਪ੍ਰਭਾਵਿਤ ਹੁੰਦੇ ਰਹੇ ਜਾਂ ਦੇਖਦੇ ਰਹੇ ਮੁਸ਼ਾਇਰਿਆਂ ਨੂੰ ਜਾਂ ਵੱਡੇ ਕਵੀਆਂ ਨੂੰ ਤੁਸੀਂ ਮਿਲਦੇ ਰਹੇ, ਪਰ ਫਿਰ ਵੀ ਸਰ ਤੁਹਾਡੇ ਵਿੱਚ ਇਹ ਕਵਿਤਾ ਕਦੋਂ ਪਨਪਣੀ ਸ਼ੁਰੂ ਹੋਈ? ਕਦੋਂ ਤੁਹਾਨੂੰ ਅਹਿਸਾਸ ਹੋਇਆ ਕਿ ਤੁਸੀਂ ਕਵਿਤਾ ਨਾਲ ਜੁੜੇ ਹੋਏ ਜੇ ਜਾਂ ਤੁਸੀਂ ਕਵਿਤਾ ਲਿਖਣੀ? ਹਾਂਜੀ, ਉਹ ਮੈਂ ਜੇ ਥੋੜਾ ਬਹੁਤਾ ਤਾਂ ਮੈਂ ਪਹਿਲੇ ਦੱਸ ਚੁੱਕਾ ਕਿ ਜੀ ਮੈਨੂੰ ਉਹਦੇ ਵਿੱਚ ਛਪੇ ਹੋਏ ਅੱਖਰਾਂ ਦੇ ਨਾਲ ਮੈਨੂੰ ਮੋਹ ਸੀਗਾ। ਤੇ ਮੇਰੇ ਨਾਨਾ ਜੀ ਉਹ ਸਾਹਿਤ ਕਾਫੀ ਪੜ੍ਹਦੇ ਹੁੰਦੇ ਸੀ, ਤੇ ਜੀ ਉਹਨਾਂ ਦੀ ਏਦਾਂ ਲਾਇਬ੍ਰੇਰੀ ਸੀ, ਤੇ ਮੈਂ ਉਹਨਾਂ ਦੀਆਂ ਕਿਤਾਬਾਂ ਬਚਪਨ ਚ ਹੀ 8ਵੀਂ 9ਵੀਂ ਜਮਾਤ 'ਚ ਹੀ ਪੜ੍ਹਦਾ ਰਹਿੰਦਾ ਸੀ। ਉਹ ਜ਼ਿਆਦਾ ਵਾਰਤਕ ਹੁੰਦੀਆਂ ਸੀ, ਕਵਿਤਾ ਦੀਆਂ ਵੀ ਹੁੰਦੀਆਂ ਸੀ, ਜਿਵੇਂ ਹਜ਼ਾਰਾ ਸਿੰਘ ਗੁਰਦਾਸਪੁਰੀ ਦੀ ਮਿੱਟੀ ਰੋਈ, ਨਾਨਕ ਸਿੰਘ ਹੋਰਾਂ ਦੇ ਸਾਰੇ ਨਾਵਲ, ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਦਾ ਜਿਹੜਾ ਸਾਹਿਤ ਆ, ਔਰ ਸਿੱਖ ਇਤਿਹਾਸ ਨਾਲ ਜਿਹੜੇ ਯੋਧੇ ਜੁੜੇ ਆ, ਜਿਹੜੀਆਂ ਬੀਬੀਆਂ ਜੁੜੀਆਂ ਨੇ, ਉਸ ਸਾਰੇ ਉਹ ਇਤਿਹਾਸਕ ਨਾਵਲ ਉਹ ਮੈਂ ਬਹੁਤ ਦੇਰ ਪਹਿਲਾਂ ਹੀ ਇਦਾਂ ਪੜ੍ਹ ਲਏ ਸੀ। ਉਹਦਾ ਫਿਰ ਹੌਲੀ ਹੌਲੀ ਮੇਰਾ ਮਨ ਤਾਂ ਉਹਦਾ ਫਿਰ ਮੈਂ ਕਾਲਜ ਦੇ ਵਿੱਚ ਜਾ ਕੇ ਜਦੋਂ ਕੋਈ ਇਸ ਤਰ੍ਹਾਂ ਹੌਲੀ ਹੌਲੀ ਅੰਦਰ ਕੁਝ ਉਬਾਲ ਜਾਂ ਕੁਝ ਘੁੱਟਿਆ ਜਾ ਰਹਿਣਾ ਵੀ ਕੁਝ ਮੈਨੂੰ ਕਰਨਾ ਚਾਹੀਦਾ। ਇਹ ਸਾਡੇ ਕਾਲਜ ਦੀ ਮੈਗਜ਼ੀਨ ਹੁੰਦੀ ਸੀ, ਉਹਦੇ ਵਿੱਚ ਅਸੀਂ ਇੱਕ ਦੋ ਵਾਰੀ ਕਵਿਤਾ ਲਿਖੀਆਂ। ਸ਼ੁਰੂ ਵਾਲੀਆਂ ਕਵਿਤਾਵਾਂ ਵਿੱਚ ਜਿੱਦਾਂ ਸ਼ਿਵ ਕੁਮਾਰ ਵਰਗਾ ਹੀ ਰੰਗ ਹੋਣਾ ਕਿ ਮਾਏ ਨੀ ਮਾਏ, ਉਹ ਉਸੇ ਢੰਗ ਦੀਆਂ ਹੋਣੀਆਂ, ਜਾਂ ਕੁਝ ਉਦਾਸੀ, ਮੌਤ ਦੇ ਸੰਕਲਪ ਦੀਆਂ, ਵਿਛੋੜੇ ਦੀਆਂ, ਦਰਦ ਦੀਆਂ, ਬਿਰਹਾ ਦੀਆਂ, ਉਸੇ ਤਰ੍ਹਾਂ ਦੀਆਂ ਹੋਣੀਆਂ। ਫਿਰ ਬਾਅਦ 'ਚ ਹੌਲੀ ਹੌਲੀ ਉਹ ਉਹਦੇ 'ਚ ਵਿਕਾਸ ਹੁੰਦਾ ਰਿਹਾ, ਤੇ ਉੱਥੇ ਸਾਡਾ ਫਿਰ ਇੱਕ ਖਾਸ ਕਿਸਮ ਦੇ ਦੋਸਤਾਂ ਦਾ ਘੇਰਾ ਬਣ ਗਿਆ। ਉੱਥੇ ਇੱਕ ਮੈਗਜ਼ੀਨ ਪਹਿਲਾਂ ਮੈਡੀਕਲ ਕਾਲਜ 'ਚੋਂ ਕੱਢਦੇ ਸੀ ਬੱਚੇ, ਉੱਥੇ ਵਿਸ਼ਾਲ ਮੈਗਜ਼ੀਨ, ਉਹਦੇ ਬਾਅਦ 'ਚ ਚਰਚਾ ਮੋਹਨ ਜੀ ਤੋਂ ਕੱਢਦੇ ਰਹੇ। ਫਿਰ ਅਸੀਂ ਦੋਸਤਾਂ ਨੇ ਰਲ ਕੇ ਆਪ ਪ੍ਰੀਤਨਗਰ, ਮੇਰਾ ਉੱਥੇ ਕਾਫੀ ਆਉਣ ਜਾਣ ਸੀ, ਉੱਥੋਂ ਮੁਖਤਾਰ ਗਿੱਲ, ਗੁਲ ਚੌਹਾਨ, ਪਰਮਿੰਦਰਜੀਤ ਫਿਰ ਸਾਡੇ ਸੰਪਰਕ 'ਚ ਆਇਆ। ਅਸੀਂ ਫਿਰ ਕਰਨੈਲ, ਡਾਕਟਰ ਕਰਨੈਲ ਅੱਜ ਕੱਲ੍ਹ ਇੰਗਲੈਂਡ ਹੁੰਦੇ, ਅਸੀਂ ਉਹ ਅੱਖਰ ਉੱਥੋਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਜੀ। ਉਹ ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਅਸੀਂ ਅੰਮ੍ਰਿਤਸਰ ਆ ਕੇ ਵੀ ਉਹ ਕਰਦੇ ਰਹੇ। ਜੀ ਸਰ, ਬਿਲਕੁਲ ਠੀਕ ਜੀ। ਮੈਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਆਰ ਬਾਵਾ ਕਾਲਜ ਵਿੱਚ ਮੈਂ ਵਿਦਿਆਰਥਣ ਸੀ, ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੋਇਆਂ ਤੁਹਾਨੂੰ ਬਹੁਤ ਸਾਰੇ ਮੁਸ਼ਾਇਰਿਆਂ ਦੇ ਵਿੱਚ ਦੇਖਿਆ, ਸੁਣਿਆ, ਔਰ ਬਾਅਦ ਵਿੱਚ ਤੁਹਾਡੀਆਂ ਪੁਸਤਕਾਂ ਵੀ ਪੜ੍ਹਨ ਦੇ ਲਈ ਆਉਂਦੀਆਂ ਰਹੀਆਂ, ਔਰ ਕਈ ਵਾਰ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਵੀ ਸਰ ਮੈਂ ਹਾਜ਼ਰੀ ਲਗਾਉਂਦੀ ਰਹੀ ਹਾਂ। ਸੋ ਤੁਹਾਡੀ ਸ਼ਾਇਰੀ ਸਰ ਬੜੀ ਸਹਿਜ ਹੈ, ਜਿਵੇਂ ਤੁਸੀਂ ਤੁਹਾਡੀ ਪਰਸਨੈਲਿਟੀ ਹੈ ਨਾ, ਤੁਹਾਡੀ ਸ਼ਖਸੀਅਤ ਹੈ ਬਹੁਤ ਸਹਿਜ ਹੈ, ਤੁਸੀਂ ਬਹੁਤ ਹੌਲੀ ਹੌਲੀ ਬੋਲਦੇ ਜੇ, ਤੁਹਾਡਾ ਸੁਭਾਅ ਵੀ ਬਹੁਤ ਸਾਊ ਹੈ। ਆਮ ਤੌਰ ਤੇ ਜੋ ਮੰਨਿਆ ਜਾਂਦਾ ਹੈ ਕਿ ਡਾਕਟਰ ਵਿੰਦਰ ਬੜੇ ਸਹਿਜ ਨੇ। ਇਹ ਜਿਹੜੀ ਕਵਿਤਾ ਹੈ, ਜਿਵੇਂ ਤੁਸੀਂ ਬਹੁਤ ਸਾਰੇ ਆਪਣੇ ਸ਼ਾਇਰ ਦੋਸਤਾਂ ਦਾ ਜ਼ਿਕਰ ਕੀਤਾ ਹੈ, ਮਾਹੌਲ ਦਾ ਜ਼ਿਕਰ ਕੀਤਾ ਹੈ, ਤਾਂ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਾਹਿਤ ਹੁੰਦਾ ਹੈ ਉਹ ਵਰਤਾਰਿਆਂ ਦਾ, ਸਥਿਤੀਆਂ ਦਾ, ਪਰਿਸਥਿਤੀਆਂ ਦਾ ਪੁਨਰ ਸਿਰਜਣ ਹੁੰਦਾ ਹੈ, ਉਹਦੀ ਕਲਾਤਮਕ ਅਭਿਵਿਅਕਤੀ ਹੁੰਦਾ ਹੈ। ਸੋ ਸਰ ਉਹ ਕਿਹੜੇ ਪ੍ਰਭਾਵ ਸੀਗੇ ਜਿਹੜੇ, ਇੱਕ ਤੇ ਤੁਸੀਂ ਦੱਸਤਾ ਕਿ ਜਿਹੜੇ ਸ਼ਾਇਰਾਂ ਦਾ ਪ੍ਰਭਾਵ, ਇੱਕ ਤੁਹਾਡੇ ਦੋਸਤਾਂ ਦਾ ਪ੍ਰਭਾਵ, ਇੱਕ ਕੁਝ ਘਟਨਾਵਾਂ ਵੀ ਰਹੀਆਂ ਹੋਣਗੀਆਂ ਜਿਨ੍ਹਾਂ ਨੇ ਤੁਹਾਨੂੰ ਸ਼ਾਇਰੀ ਦੇ ਵੱਲ ਪ੍ਰੇਰਿਆ, ਉਹ ਕਿਹੜਾ ਮਾਹੌਲ ਸੀ, ਕਿਹੜਾ ਹਾਲਾਤ ਸੀ? ਹਾਂਜੀ, ਇੱਕ ਤਾਂ ਉਦੋਂ ਬੇਸਿਕਲੀ ਕੋਈ ਵੀ ਜਿਹੜਾ ਸੰਵੇਦਨਸ਼ੀਲ ਸ਼ਾਇਰ ਆ ਉਹ ਹਸਾਸ ਮਨ, ਸੈਂਸਿਟਿਵ ਤਾਂ ਹੁੰਦਾ। ਕੋਈ ਵੀ ਜਿਹੜੀ ਦੂਸਰੀ ਗੱਲ ਲੋਕ ਇੰਝ ਹੀ ਲੰਘਾ ਜਾਂਦੇ ਆ, ਉਹਨੂੰ ਉਹ ਨਿੱਕੀ ਨਿੱਕੀ ਗੱਲ ਜਿਹੜੀ ਹੈ ਨਾ ਉਹ ਅੱਖਰ ਦੀ ਆ। ਅਸੀਂ ਵੀ ਆਪਣੇ ਮੈਡੀਕਲ ਕਾਲਜ ਦੇ ਵਿੱਚ ਜਦੋਂ ਦੇਖਣਾ ਕਿ ਕੁਝ ਲੋਕ ਬਹੁਤ ਜ਼ਿੰਦਗੀ ਦੀਆਂ ਸਹੂਲਤਾਂ ਮਾਣ ਰਹੇ ਆ, ਹਾਲਾਂਕਿ ਮੈਂ ਜੇ ਆਪਣੀ ਜ਼ਾਤੀ ਗੱਲ ਕਰਾਂ ਤੇ ਮੈਨੂੰ ਕਦੀ ਕੋਈ ਉਹ ਆਰਥਿਕ ਜਾਂ ਇਸ ਤਰ੍ਹਾਂ ਦੀ ਘਰੋਂ ਕੋਈ ਤੰਗੀ ਨਹੀਂ ਸੀ, ਪਰ ਉਹ ਕੋਈ ਗੱਲ ਨਹੀਂ ਹੁੰਦੀ ਕਿ ਉਹ ਜਿੱਦਾਂ ਇੱਕ ਸ਼ਾਇਰ ਦਾ ਹੈਗਾ ਕਿ ਖੰਜਰ ਚਲੇ ਕਹੀਂ ਪੇ ਤੜਪਤੇ ਹੈ ਹਮ ਅਮੀਰ, ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ। ਸੋ ਉਹ ਲੋਕਾਂ ਦਾ ਜਿਹੜਾ ਦਰਦ ਸੀ ਉਹ ਵੀ ਆਪਾਂ ਨਾਲ ਆਪਣੇ ਅੰਦਰ ਵਾੜ ਕੇ ਤੇ ਦੇਖਦੇ ਰਹੇ। ਇਹਦੇ ਵਿੱਚ ਕੁਝ ਉਸ ਉਮਰ ਦੇ ਵਿੱਚ ਜਿਹੜੇ ਤਜਰਬੇ ਮੁੰਡੇ ਕਰਦੇ ਆ, ਦੌੜ ਭੱਜ ਇੱਧਰ ਉੱਧਰ ਭਟਕਣਾ, ਕੁਝ ਨਵੀਆਂ ਚੀਜ਼ਾਂ ਨੂੰ ਵੇਖਣਾ, ਕੁਝ ਕਰਨਾ, ਉਹ ਸਾਰੇ ਤੁਹਾਡੇ ਸੰਗ੍ਰਹਿ ਹੁੰਦੇ ਰਹਿੰਦੇ ਆ। ਮਤਲਬ ਤੁਹਾਡੇ ਕਲਾਸ ਫੈਲੋਜ਼ ਦੇ ਨਾਲ ਸੰਬੰਧ, ਦੋਸਤੀਆਂ,
ਸਾਰਾ ਕੁਝ ਫਿਰ ਬਾਹਰ ਜੋ ਵਾਪਰਦਾ ਵਾ ਉਹ ਵੀ ਤੁਸੀਂ ਕਰਦੇ। ਪਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਖੱਬੇ ਪੱਖੀ ਲਹਿਰ ਬੜੀ ਮਜ਼ਬੂਤ ਨਾਲ ਚੱਲ ਰਹੀ ਸੀ, ਜੀ ਉਹਦੇ ਵਿੱਚ ਵੀ ਬਾਅਦ ਚ ਨਕਸਲਵਾੜੀ ਲਹਿਰ ਚੱਲੀ, ਉਹਦੇ ਵਿੱਚ ਅਸੀਂ ਭਾਵੇਂ ਉਂਝ ਸ਼ਾਮਲ ਨਾ ਵੀ ਹੋਈਏ, ਪਰ ਉਹ ਜਿਹੜੀ ਸਮਾਜਿਕ ਨਾ ਬਰਾਬਰੀ ਦੀ ਜਿਹੜੀ ਭਾਵਨਾ ਸੀ, ਜਿਹੜੀ ਲੁੱਟ ਖਸੁੱਟ ਆਮ ਬੰਦੇ ਦੀ ਹੋ ਰਹੀ ਸੀ, ਉਹਨੇ ਵੀ ਅਸਰ ਪਾਇਆ। ਤੇ ਅਸੀਂ ਉੱਥੇ ਜਦੋਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਨਾਟਕ ਹੁੰਦੇ ਸੀ ਉਹ ਵੇਖਣ ਜਾਣਾ, ਉੱਥੇ ਬੜੀਆਂ ਵੱਡੀਆਂ ਡਿਸਕਸ਼ਨਸ ਹੋਣੀਆਂ, ਕਲਾਸਿਸ ਲੱਗਣੀਆਂ, ਕਵੀ ਦਰਬਾਰ ਵੀ ਹੋਣੇ। ਤੇ ਉਹਨਾਂ ਸਾਰਿਆਂ ਨੂੰ ਇਨਸਾਨ ਬੰਦਾ ਜਿਹੜਾ ਸ਼ਾਇਰ ਆ ਉਹ ਸੋਚਦਾ ਵਾ ਕਿ ਬਈ ਇਹ ਜਿਹੜਾ ਗਲਤ ਹੋ ਰਿਹਾ ਤੇ ਉਹਨੂੰ ਠੀਕ ਕਰਨ ਲਈ ਉਹ ਕੁਝ ਜਦੋਜਹਿਦ ਕਰਦਾ। ਤੇ ਸਾਡੇ ਕੋਲ ਹਥਿਆਰ ਸਿਰਫ ਉਹ ਕਲਮ ਸੀ, ਇਸ ਕਰਕੇ ਅਸੀਂ ਉਧਰਲੇ ਪਾਸੇ ਲੱਗੇ। ਉਹ ਸਾਰੀਆਂ ਪ੍ਰਸਥਿਤੀਆਂ ਦਾ ਤੁਹਾਡੇ ਉੱਤੇ ਅਸਰ ਹੁੰਦਾ ਕਿ ਸਮਾਜਿਕ ਨਾ ਬਰਾਬਰੀ ਔਰ ਜ਼ਿੰਦਗੀ ਨੂੰ ਹੋਰ ਸੋਹਣਾ ਬਣਾਉਣ ਦੀ, ਹੋਰ ਜੀਣ ਜੋਗਾ ਬਣਾਉਣ ਦੀ ਜਿਹੜੀ ਲਾਲਸਾ ਉਹ ਤੁਹਾਨੂੰ ਇਧਰ ਨੂੰ ਲਿਜਾਂਦੀ। ਜੀ ਸਰ, ਬਿਲਕੁਲ ਠੀਕ ਜੀ। ਜਦੋਂ ਵੀ ਜਿਹੜੇ ਸਮਾਜ ਦੇ ਪ੍ਰਭਾਵ ਨੇ ਉਹਨਾਂ ਤੋਂ ਕਦੇ ਵੀ ਜਿਹੜਾ ਸ਼ਾਇਰ ਮਨ ਹੈ ਕਦੇ ਪਾਸੇ ਨਹੀਂ ਰਹਿ ਸਕਦਾ। ਉਹਨਾਂ ਪ੍ਰਭਾਵਾਂ ਨੂੰ ਜ਼ਰੂਰ ਚਿੱਤਰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਤੋਂ ਪਹਿਲਾਂ ਕਿ ਅਗਲੀਆਂ ਗੱਲਾਂ ਕਰੀਏ, ਅਸੀਂ ਉਹਨਾਂ ਪ੍ਰਭਾਵਾਂ ਦੀਆਂ ਗੱਲਾਂ ਕਰੀਏ, ਉਹਨਾਂ ਲਹਿਰਾਂ ਦੀਆਂ ਗੱਲਾਂ ਕਰੀਏ, ਮੈਂ ਗੁਜ਼ਾਰਿਸ਼ ਕਰਾਂਗੀ ਕਿ ਸਰ ਆਪਣੀ ਸ਼ਾਇਰੀ ਦਾ ਇੱਕ ਰੰਗ ਸਾਡੇ ਨਾਲ ਸਾਂਝਾ ਕਰੋ, ਜੋ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਡਾਕਟਰ ਰਵਿੰਦਰ ਹਲੇ ਡਾਕਟਰ ਨਹੀਂ ਸੀ ਬਣੇ, ਇੱਕ ਵਿਦਿਆਰਥੀ ਸੀਗੇ, ਤੇ ਉਦੋਂ ਉਹਨਾਂ ਦੇ ਮਨ ਦੇ ਵਿੱਚ ਕਿਹੋ ਜਿਹੀ ਕਵਿਤਾ ਹੁੰਦੀ ਹੈ, ਉਹ ਕਿਹੋ ਜਿਹੀ ਕਵਿਤਾ ਦੇ ਨਾਲ ਸਾਂਝ ਪਾਉਂਦੇ ਨੇ, ਇੱਕ ਰੰਗ ਸਾਡੇ ਨਾਲ ਪਹਿਲਾਂ ਤੁਸੀਂ ਸਾਂਝਾ ਕਰੋ, ਉਸ ਤੋਂ ਬਾਅਦ ਅਸੀਂ ਅਗਲੀਆਂ ਗੱਲਾਂ ਕਰਾਂਗੇ ਜੀ। ਹਾਂਜੀ, ਮੈਂ ਇੱਕ ਗਜ਼ਲ ਤੇ ਇੱਕ ਛੋਟੀ ਜਿਹੀ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਜਿਹੜੀ ਗਜ਼ਲ ਦੇ ਕੋਈ ਸ਼ੇਰ ਹੈ ਕਿ ਧੂੜਾਂ 'ਚ ਅੱਟੀ ਮੇਰੀ ਤਸਵੀਰ ਸਾਂਭ ਰੱਖੀ, ਧੂੜਾਂ 'ਚ ਅੱਟੀ ਮੇਰੀ ਤਸਵੀਰ ਸਾਂਭ ਰੱਖੀ, ਅਣ ਵੇਖੇ ਸੁਪਨਿਆਂ ਦੀ ਤਾਬੀਰ ਸਾਂਭ ਰੱਖੀ, ਖੁਸ਼ਬੂਹਾਂ ਰਹਿ ਨਾ ਸਕਾਂ ਹਰ ਹਾਲ ਨਾਲ ਤੇਰੇ, ਦੌਰੇ ਖਿਜ਼ਾਂ 'ਚ ਮੇਰੀ ਤਾਸੀਰ ਸਾਂਭ ਰੱਖੀ। ਵਾਹ ਜੀ ਵਾਹ। ਸ਼ਾਇਰ ਹਾਂ ਰਾਸ ਪੂੰਜੀ ਸ਼ਬਦਾਂ ਦੀ ਕੋਲ ਮੇਰੇ, ਸ਼ਾਇਰ ਹਾਂ ਰਾਸ ਪੂੰਜੀ ਸ਼ਬਦਾਂ ਦੀ ਕੋਲ ਮੇਰੇ, ਨਜ਼ਮਾਂ ਕਿਤਾਬਾਂ ਮੇਰੀ ਜਾਗੀਰ ਸਾਂਭ ਰੱਖੀ, ਇੱਕ ਲਾ ਇਲਾਜ ਰੋਗੀ ਕੀ ਭੇਟ ਕਰੇ ਤੈਨੂੰ, ਇੱਕ ਲਾ ਇਲਾਜ ਰੋਗੀ ਕੀ ਭੇਟ ਕਰੇ ਤੈਨੂੰ, ਆਲੇ ਤਬੀਬਾ ਸਾਡੀ ਇਹ ਪੀੜ ਸਾਂਭ ਰੱਖੀ। ਵਾਹ ਜੀ ਵਾਹ। ਆਲੇ ਤਬੀਬਾ ਸਾਡੀ ਇਹ ਪੀੜ ਸਾਂਭ ਰੱਖੀ, ਬੇਸ਼ੱਕ ਕਲਮ ਦੀ ਤਾਕਤ ਨੂੰ ਜਾਣਦਾ ਜ਼ਮਾਨਾ, ਬੇਸ਼ੱਕ ਕਲਮ ਦੀ ਤਾਕਤ ਨੂੰ ਜਾਣਦਾ ਜ਼ਮਾਨਾ, ਜਦ ਤੱਕ ਜ਼ੁਲਮ ਹੈ ਬਾਕੀ ਸ਼ਮਸ਼ੀਰ ਸਾਂਭ ਰੱਖੀ, ਜਦ ਤੱਕ ਜ਼ੁਲਮ ਹੈ ਬਾਕੀ ਸ਼ਮਸ਼ੀਰ ਸਾਂਭ ਰੱਖੀ, ਲੱਖਾਂ ਹਨੇਰਿਆਂ ਵਿੱਚ ਲੱਖਾਂ ਹਨੇਰੀਆਂ ਵਿੱਚ ਜੋ ਰਹੀ ਜਗਦੀ ਜਾਗਦੀ ਜ਼ਮੀਰ ਸਾਂਭ ਰੱਖੀ, ਜੋ ਰਹੀ ਜਗਦੀ ਜਾਗਦੀ ਜ਼ਮੀਰ ਸਾਂਭ ਰੱਖੀ। ਇੱਕ ਤੁਸੀਂ ਜਿਵੇਂ ਉਹ ਗੱਲ ਕੀਤੀ ਨਾ, ਇੱਕ ਪਾਸੇ ਮੈਂ ਉਹ ਸ਼ਾਇਰੀ ਦੇ ਸਹਿਜ ਨੂੰ ਏਦਾਂ ਲੈਣਾ ਕਿ ਮਾਨਵਵਾਦੀ ਸੋਚਣਾ, ਜਦੋਂ ਅਸੀਂ ਹਰ ਇੱਕ ਦਾ ਭਲਾ ਚਾਹੁੰਦੇ ਹਾਂ ਤੇ ਅਸੀਂ ਕਵਿਤਾ ਜਿਹੜੀ ਆ ਸਹਿਜ ਢੰਗ ਨਾਲ ਭਾਵੇਂ ਕਰੀਏ, ਇਨਕਲਾਬ ਕੋਈ ਜ਼ਰੂਰੀ ਨਹੀਂ ਵੀ ਹੱਥ 'ਚ ਝੰਡਾ ਫੜ ਕੇ ਜਾਂ ਹਥਿਆਰ ਫੜ ਕੇ ਜਾਂ ਲਾਲ ਖੂਨ ਨਾਲ ਹੀ ਆਉਣਾ ਹੁੰਦਾ। ਕਈ ਵਾਰੀ ਸ਼ਬਦ ਵੀ ਜਿਹੜੇ ਆ ਇਨਕਲਾਬ ਲਿਆਉਂਦੇ ਆ, ਤੇ ਮੁਹੱਬਤ ਨੂੰ ਅਸੀਂ ਇੱਕ ਨਾ ਪੱਖੀ ਵਰਤਾਰਾ ਹੀ ਨਹੀਂ ਸਮਝਦੇ। ਜਦੋਂ ਤੁਸੀਂ ਇੱਕ ਸ਼ਖਸ ਨਾਲ, ਜਿੱਦਾਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਕਿ ਹੌਲੀ ਹੌਲੀ ਬਣ ਗਿਆ ਮਿੱਤਰਾਂ ਦਾ ਗਮ ਲੋਕਾਂ ਦਾ ਗਮ, ਜਦੋਂ ਅਸੀਂ ਇੱਕ ਸ਼ਖਸ ਨੂੰ ਪਿਆਰ ਕਰਦੇ ਹਾਂ ਤੇ ਹੌਲੀ ਉਸ ਸ਼ਖਸ ਦੇ ਨਾਲ ਟੋਟਲ ਮਨੁੱਖਤਾ ਨੂੰ, ਉਸ ਟੋਟਲ ਧਰਮਾਂ ਨੂੰ, ਟੋਟਲ ਦੁਨੀਆ ਦੇ ਲੋਕਾਂ ਨੂੰ ਪਿਆਰ ਦੀ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਵੀ ਇੱਕ ਇਨਕਲਾਬ ਹੀ ਹੁੰਦਾ ਆਪਣੇ ਆਪ 'ਚ। ਉਹ ਜਿਹੜੀ ਲੋਕਾਂ ਦੀ ਸੋਚ ਨੂੰ ਇੱਕ ਨਾ ਪੱਖੀ ਵਰਤਾਰੇ ਵੱਲੋਂ ਪਿਆਰ ਵਾਲੇ, ਮੁਹੱਬਤ ਵਾਲੇ ਪਾਸੇ ਜਾਂ ਸਾਰਿਆਂ ਨੂੰ ਚੰਗਾ ਸਮਝਣ ਵਾਲੇ ਪਾਸੇ ਲਾਉਣਾ, ਉਹ ਵੀ ਇੱਕ ਤਬਦੀਲੀ ਹੀ ਕਹੀ ਜਾਵੇਗੀ। ਮੈਂ ਇਸ ਵਿਚਾਰਧਾਰਾ ਨੂੰ ਸਮਝਣਾ ਕਿ ਸਿਰਫ ਨਾਅਰੇ ਮਾਰ ਕੇ ਜਾਂ ਇਸ਼ਤਿਹਾਰਬਾਜ਼ੀ ਕਰਕੇ ਕੀ ਜੇ ਗੱਲ ਕਰਨੀ ਹੈ ਤੇ ਫਿਰ ਕਵਿਤਾ ਦੀ ਕੀ ਲੋੜ ਆ। ਫਿਰ ਉਹ ਗੱਲ ਤਾਂ ਪੈਂਫਲੇਟ ਦੇ ਨਾਲ, ਸਲੋਕੀ ਰੰਗ ਨਾਲ, ਅਖਬਾਰਾਂ 'ਚ ਲੇਖਾਂ ਨਾਲ, ਹੋਰ ਕਈ ਮਾਧਿਅਮ ਨੇ ਜਿਨ੍ਹਾਂ ਰਾਹੀਂ ਆਪਣੀ ਉਹ ਜੇ ਗੱਲ ਹੀ ਸਿਰਫ ਸੋਲਿਡ ਗੱਲ ਹੀ ਜੇ ਕਰਨੀ ਹੈ, ਉਹਨੂੰ ਜਿਹੜੀ
ਆਪਣੀ ਕਲਪਨਾ ਨਾਲ ਜਾਂ ਉਹਨੂੰ ਸ਼ੈਲੀ ਨਾਲ ਜਾਂ ਉਹਨੂੰ ਇੱਕ ਚਿਰ ਸਥਾਈ ਸਮਾਂ ਸਥਾਨ ਤੋਂ ਮੁਕਤ ਚੀਜ਼ ਬਣਾਉਣਾ, ਉਹੀ ਤਾਂ ਸ਼ਾਇਦ ਕਵਿਤਾ। ਜੀ ਜੀ ਉਹ ਮੈਂ ਦੋ ਬਿਲਕੁਲ ਲਾਈਨਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗਾ ਕਿ ਉਹ ਜੀ ਵੀ ਕਵਿਤਾ ਦਾ ਨਾਮ ਹੈਗਾ ਇਨਕਲਾਬ। ਜੀ ਮੈਂ ਲਾਲ ਪੈਨ ਨਾਲ ਤੇਰਾ ਨਾਂ ਲਿਖਾਂਗਾ, ਹਮ ਮੈਂ ਲਾਲ ਪੈਨ ਨਾਲ ਤੇਰਾ ਨਾਂ ਲਿਖਾਂਗਾ ਤੇ ਇਸ ਕਵਿਤਾ ਦਾ ਨਾਂ ਇਨਕਲਾਬ ਰੱਖਾਂਗਾ। ਜੀ ਲਾਲ ਪੈਨ ਨਾਲ ਤੇਰਾ ਨਾਂ ਲਿਖਾਂਗਾ ਤੇ ਇਸ ਕਵਿਤਾ ਦਾ ਨਾਂ ਇਨਕਲਾਬ ਰੱਖਾਂਗਾ। ਉਂਝ ਇਹਦਾ ਨਾਂ ਮੁਹੱਬਤ ਵੀ ਹੋ ਸਕਦਾ ਸੀ, ਪਰ ਮੁਹੱਬਤ ਝੰਡਾ ਨਹੀਂ, ਨਾਰਾ ਨਹੀਂ, ਕਬਜ਼ਾ ਨਹੀਂ, ਦਾਵਾ ਨਹੀਂ। ਵਾਹ ਜੀ ਬਹੁਤ ਮੁਹੱਬਤ ਝੰਡਾ ਨਹੀਂ, ਨਾਰਾ ਨਹੀਂ, ਕਬਜ਼ਾ ਨਹੀਂ, ਦਾਵਾ ਨਹੀਂ। ਕਿਸੇ ਤੋਂ ਕੁਝ ਖੋ ਕੇ ਕਿਸੇ ਨੂੰ ਦੇਣ ਦਾ ਨਾਮ ਹੀ ਨਹੀਂ। ਕਿਸੇ ਦਾ ਲਾਲ ਲਹੂ ਡੋਲ ਕੇ ਕਿਸੇ ਦਾ ਜ਼ਰਦ ਚਿਹਰਾ ਰੰਗਣਾ ਵੀ ਮੁਹੱਬਤ ਨਹੀਂ। ਵਾਹ ਜੀ ਮੁਹੱਬਤ ਕਿਸੇ ਇੱਕ ਲਈ ਹੋ ਕੇ ਵੀ ਹੌਲੀ ਹੌਲੀ ਸਭ ਨੂੰ ਪਿਆਰ ਕਰਨਾ ਸਿਖਾ ਦਿੰਦੀ, ਸਭ ਨੂੰ ਆਪਣਾ ਸਭ ਕੁਝ ਵੰਡੀ ਜਾਂਦੀ, ਆਪਣਾ ਆਪ ਖੋਰਦੀ ਭੋਰਦੀ ਵੀ ਖਤਮ ਹੋਣ ਦੀ ਥਾਂ ਹੋਰ ਗਹਿਰੀ ਹੋਰ ਬੁਲੰਦ ਹੋਈ ਜਾਂਦੀ। ਨਫ਼ਰਤਾਂ ਨੂੰ ਅੰਦਰੋਂ ਬੁਹਾਰਦੀ, ਬੰਦੇ 'ਚ ਤਬਦੀਲੀ ਲਿਆਉਂਦੀ। ਨਫ਼ਰਤਾਂ ਨੂੰ ਅੰਦਰੋਂ ਬੁਹਾਰਦੀ, ਬੰਦੇ 'ਚ ਤਬਦੀਲੀ ਲਿਆਉਂਦੀ। ਕੁੱਲ ਦੁਨੀਆ ਦਾ ਦਰਦ ਆਪਣੀ ਬੁੱਕਲ 'ਚ ਲਗਾਉਂਦੀ। ਮੁਹੱਬਤ ਏਦਾਂ ਹੀ ਸਭ ਵਾਦਾਂ ਤੋਂ ਉੱਤੇ ਰਹਿ ਕੇ ਦੇਸ਼, ਖਿੱਤੇ, ਰੰਗ, ਭੇਦ, ਨਸਲ, ਕੌਮ, ਧਰਮ ਦੀ ਬਲਗਣ ਨੂੰ ਟੱਪ ਕੇ ਦੁਸ਼ਮਣੀ ਨੂੰ ਖਤਮ ਕਰਦੀ, ਦਿਲਾਂ ਨੂੰ ਨੇੜੇ ਲਿਆਉਂਦੀ। ਮੁਹੱਬਤ ਦਰਅਸਲ ਇਨਕਲਾਬ ਹੀ ਹੁੰਦੀ, ਮੁਹੱਬਤ ਹੀ ਅਸਲ ਇਨਕਲਾਬ ਹੁੰਦੀ। ਮੈਂ ਲਾਲ ਪੈਨ ਨਾਲ ਤੇਰਾ ਨਾਂ ਲਿਖਾਂਗਾ ਤੇ ਇਸ ਕਵਿਤਾ ਦਾ ਨਾਂ ਇਨਕਲਾਬ ਰੱਖਾਂ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਅੱਛਾ, ਬਹੁਤ ਖੂਬ, ਬਾਕਮਾਲ ਸਰ। ਸੱਚੀ ਮੁੱਚੀ ਤੁਸੀਂ ਮੁਹੱਬਤ ਦੀ ਬਹੁਤ ਵਧੀਆ ਪਰਿਭਾਸ਼ਾ ਦਿੱਤੀ ਹੈ ਸਰ, ਕਿ ਮੁਹੱਬਤ ਦੇ ਨਾਲ ਹੀ ਤੇ ਸਾਰਾ ਸੰਸਾਰ ਹੈ, ਮੁਹੱਬਤ ਦੇ ਨਾਲ ਹੀ ਰਿਸ਼ਤੇ ਨੇ, ਮੁਹੱਬਤ ਦੇ ਨਾਲ ਹੀ ਪੂਰਾ ਬ੍ਰਹਿਮੰਡ ਜਿਹੜਾ ਹੈ ਜੁੜਿਆ ਹੋਇਆ ਹੈ। ਮੁਹੱਬਤ ਤੋਂ ਕੁਝ ਵੀ ਵੱਖਰਾ ਨਹੀਂ ਆ, ਪਰ ਸਾਡੀ ਮੁਸ਼ਕਿਲ ਉੱਥੇ ਬਣ ਜਾਂਦੀ ਹੈ ਜਦੋਂ ਅਸੀਂ ਮੁਹੱਬਤ ਨੂੰ, ਪਿਆਰ ਨੂੰ, ਸਨੇਹ ਨੂੰ ਬਹੁਤ ਸੀਮਤ ਸ਼ਬਦਾਂ ਦੇ ਵਿੱਚ ਤੇ ਬਹੁਤ ਸੀਮਤ ਦਾਇਰੇ ਦੇ ਵਿੱਚ ਸੰਕੋਚ ਲੈਂਦੇ ਹਾਂ, ਤਾਂ ਫਿਰ ਸਾਡੇ ਅੰਦਰ ਮੁਹੱਬਤ ਜਿਹੜੀ ਹੈ ਉਹ ਪਨਪਦੀ ਵੀ ਨਹੀਂ ਹੈ, ਬਾਹਰ ਵਿਸਥਾਰ ਵੀ ਨਹੀਂ ਕਰਦੀ, ਤੇ ਤਾਂ ਹੀ ਅਸੀਂ ਮਨੁੱਖਤਾ ਦੇ ਨਾਲ ਪਿਆਰ ਨਹੀਂ ਕਰਦੇ। ਸੋ ਡਾਕਟਰ ਰਵਿੰਦਰ ਉਹ ਸ਼ਾਇਰ ਨੇ ਜਿਨ੍ਹਾਂ ਨੇ ਮਾਨਵਤਾ ਦੀ ਗੱਲ ਕੀਤੀ, ਜਿਨ੍ਹਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਹਰ ਉਹਨਾਂ ਦਾ ਜਿਹੜਾ ਇੱਕ ਇੱਕ ਸ਼ਬਦ ਹੈ ਉਹ ਬੜਾ ਸੰਵੇਦਨਸ਼ੀਲ ਹੈ। ਸ਼ਾਇਰ ਨੇ ਡਾਕਟਰ ਰਵਿੰਦਰ ਜੀ, ਔਰ ਉਹਨਾਂ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਮੁਹੱਬਤ ਦੇ ਨਾਲ ਜੁੜਿਆ ਹੋਇਆ ਹੈ, ਭਾਵੇਂ ਉਹ ਕਿਸ ਰੂਪ ਵਿੱਚ ਵੀ ਗੱਲ ਕਰਨ, ਪਰ ਮੁਹੱਬਤ ਦਾ ਜਿਹੜਾ ਕਨਸੈਪਟ ਹੈ, ਮੁਹੱਬਤ ਦਾ ਜਿਹੜਾ ਸੰਕਲਪ ਹੈ, ਉਹਨਾਂ ਦੀ ਸ਼ਾਇਰੀ ਦੇ ਵਿੱਚ ਬੜਾ ਲਾਸਾਨੀ ਰੂਪ ਦੇ ਵਿੱਚ ਪੇਸ਼ ਹੋਇਆ ਹੈ। ਜੀ ਬਾਕਮਾਲ ਸਰ, ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਸ ਕਵਿਤਾ ਦੀ ਪੇਸ਼ਕਾਰੀ ਕੀਤੀ ਹੈ ਔਰ ਜਿਸ ਤਰੀਕੇ ਨਾਲ ਮੁਹੱਬਤ ਦੇ ਰੰਗ ਜਿਹੜੇ ਨੇ ਤੁਸੀਂ ਦੱਸੇ ਨੇ, ਉਹ ਸੱਚੀ ਮੁੱਚੀ ਸਾਡੇ ਨਵੇਂ ਲੇਖਕਾਂ ਵਾਸਤੇ ਵੀ ਔਰ ਸਾਡੇ ਜਿਹੜੇ ਸਰੋਤੇ ਤੇ ਸਾਡੇ ਦਰਸ਼ਕ ਸੁਣ ਰਹੇ ਨੇ ਉਹਨਾਂ ਦੇ ਲਈ ਵੀ ਇਹ ਜ਼ਰੂਰ ਪ੍ਰੇਰਨਾ ਸਰੋਤ ਬਣਨਗੇ, ਉਹਨਾਂ ਨਵੇਂ ਲਿਖਾਰੀਆਂ ਦੇ ਲਈ ਜਿਨ੍ਹਾਂ ਨੇ ਮੁਹੱਬਤ ਦੇ ਪਾਸਾਰਾਂ ਨੂੰ ਦ੍ਰਿਸ਼ਟੀਗੋਚਰ ਕਰਨਾ ਹੁੰਦਾ ਹੈ। ਸੋ ਸਰ, ਜਿਵੇਂ ਤੁਸੀਂ ਆਪ ਹੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਉਸ ਦੌਰ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਜਦੋਂ ਬਹੁਤ ਸਾਰੀਆਂ ਲਹਿਰਾਂ ਚੱਲ ਰਹੀਆਂ ਸਨ, ਭਾਵੇਂ ਉਹ ਖੱਬੇ ਪੱਖੀ ਸਿਆਸਤ ਦੀ ਗੱਲ ਸੀਗੀ, ਭਾਵੇਂ ਉਸ ਵਕਤ ਕਮਿਊਨਿਸਟ ਪਾਰਟੀ ਦੀ ਗੱਲ ਸੀਗੀ, ਭਾਵੇਂ ਪ੍ਰਗਤੀਵਾਦੀ ਦੌਰ ਦੀ ਅਸੀਂ ਗੱਲ ਕਰ ਲਈਏ, ਭਾਵੇਂ ਜੁਝਾਰਵਾਦ ਦੀ ਗੱਲ ਕਰ ਲਈਏ, ਕਿਉਂਕਿ ਜਦੋਂ ਅਸੀਂ ਪੰਜਾਬੀ ਕਵਿਤਾ ਦੇ ਇਤਿਹਾਸ ਨੂੰ ਵੀ ਵਾਚਦੇ ਹਾਂ ਤਾਂ ਬਹੁਤ ਸਾਰੀਆਂ ਮੂਵਮੈਂਟ ਜਿਹੜੀਆਂ ਨੇ ਆਉਂਦੀਆਂ ਨੇ, ਔਰ ਉਹਨਾਂ ਮੂਵਮੈਂਟਸ ਦਾ ਪ੍ਰਭਾਵ ਜਿਹੜਾ ਹੈ ਬਹੁਤ ਸਾਰੇ ਲੇਖਕਾਂ ਦੀ ਸ਼ਾਇਰੀ ਦੇ ਵਿੱਚ ਇੱਕ ਸਾਨੂੰ ਨਾਅਰੇ ਵਾਂਗ ਵੀ ਲੱਗਦਾ ਹੈ। ਸੋ ਡਾਕਟਰ ਰਵਿੰਦਰ ਜਦੋਂ ਸ਼ਾਇਰੀ ਲਿਖਦੇ ਨੇ, ਭਾਵੇਂ ਤੁਸੀਂ ਵੇਖੋ ਜਦੋਂ 84 ਦਾ ਦੌਰ ਵੀ ਚੱਲਿਆ ਤਾਂ ਬਹੁਤ ਸਾਰੇ ਲੇਖਕ ਜਿਹੜੇ ਨੇ ਉਹ ਉਸ ਦੌਰ ਤੋਂ ਪ੍ਰਭਾਵਿਤ ਹੁੰਦੇ ਨੇ ਔਰ ਉਸ ਦੌਰ ਨੂੰ ਆਪਣੀ ਲਿਖਤ ਦੇ ਵਿੱਚ ਪੇਸ਼ ਕਰਦੇ ਨੇ, ਪਰੰਤੂ ਡਾਕਟਰ ਰਵਿੰਦਰ ਜੇ ਉਹਨਾਂ ਪਾਸਾਰਾਂ ਨੂੰ ਉਜਾਗਰ ਵੀ ਕਰਦੇ ਨੇ ਆਪਣੀ ਸ਼ਾਇਰੀ ਦੇ ਵਿੱਚ, ਉਹਨਾਂ ਤੇ ਤੁਹਾਡਾ ਜਿਹੜਾ ਢੰਗ ਹੈ ਉਹ ਬੜਾ ਵਿਲੱਖਣ ਹੈ ਸਰ। ਸੋ ਸਰ, ਤੁਸੀਂ ਇਹ ਮੈਨੂੰ ਦੱਸੋ ਕਿ ਜਿਹੜੇ ਜਦੋਂ ਤੁਸੀਂ ਕਵਿਤਾ ਲਿਖਣੀ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਹੁਣ ਤੱਕ ਤੁਸੀਂ ਉਹਨਾਂ ਜਿਹੜੀਆਂ ਲਹਿਰਾਂ ਸੀਗੀਆਂ ਜਾਂ ਉਹ ਸਮਾਂ ਸੀ, ਉਸ ਸਮੇਂ ਦੇ ਸੱਚ ਨੂੰ ਆਪਣੀ ਸ਼ਾਇਰੀ ਦੇ ਰਾਹੀਂ ਜਿਹੜਾ ਹੈ ਉਹ
ਪ੍ਰਤੱਖ ਬਣਾਇਆ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਉਹ ਕਿਹੜਾ ਸੱਚ ਸੀ, ਉਹ ਕਿਸ ਤਰ੍ਹਾਂ ਦਾ ਸੱਚ ਸੀ, ਔਰ ਉਸ ਸੱਚ ਦੀ ਤੁਸੀਂ ਸਮਾਜ ਦੇ ਵਿੱਚ ਕਿਵੇਂ ਪਰਿਵਰਤਨ ਵੇਖਦੇ ਜੇ, ਜਾਂ ਕਿਵੇਂ ਪਰਿਵਰਤਨ ਲਿਆਉਣਾ ਚਾਹੁੰਦੇ ਸੀਗੇ, ਉਹ ਗੱਲਾਂ ਜ਼ਰੂਰ ਸਾਡੇ ਨਾਲ ਸਰ ਸਾਂਝੀਆਂ ਕਰੋ ਕਿ ਉਹ ਲਹਿਰਾਂ ਜਿਹੜੀਆਂ ਨੇ ਉਹ ਸਮਾਜ ਵਿੱਚ ਕਿਵੇਂ ਪਰਿਵਰਤਨ ਲਿਆਉਂਦੀਆਂ ਨੇ, ਜਾਂ ਕੀ ਸ਼ਾਇਰੀ ਦੇ ਰਾਹੀਂ ਤੁਸੀਂ ਉਸ ਪਰਿਵਰਤਿਤ ਹੋਏ ਸਮਾਜ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੇਸ਼ ਕਿੱਦਾਂ ਕਰ ਪਾਏ ਜੀ ਸਰ, ਉਹਦੇ ਉਹ ਗੱਲਾਂ ਸਾਡੇ ਨਾਲ ਜ਼ਰੂਰ। ਹਾਂਜੀ, ਉਹ ਮੈਂ ਇਹੀ ਗੱਲ ਕਰ ਰਿਹਾ ਕਿ ਉਦੋਂ ਮੈਂ ਉਹ ਜਿਹੜੇ ਵਿਚਾਰ ਨੇ ਹੁਣ ਵੀ ਮੇਰੀਆਂ ਕਈ ਕਵਿਤਾਵਾਂ 'ਚ ਕਿਤੇ ਨਾ ਕਿਤੇ ਉਹ ਜੀ ਪ੍ਰਗਟ ਹੁੰਦੇ ਆ। ਪਰ ਮੈਂ ਉਦੋਂ ਉਸ ਦੌਰ ਤੋਂ ਵੀ ਜੀ ਹੁਣ ਤੱਕ ਵੀ ਜਿਹੜੀ ਉਹ ਆਪਣੀ ਸ਼ਾਇਰੀ ਨੂੰ ਨਾ ਪੁਲਾਰ ਨਹੀਂ ਹੋਣ ਦਿੱਤਾ। ਜਿਹੜੇ ਅੱਤਵਾਦ ਦੀ ਹਨੇਰੀ ਸੀ ਉਦੋਂ ਵੀ ਮੈਂ ਇਹਦੇ ਬਾਰੇ ਇੱਕ ਪਰਚਾ ਵੀ ਉੱਥੇ ਨਿਊਯਾਰਕ ਪੜ੍ਹਿਆ ਸੀ ਕਿ ਜਿਹੜਾ ਪੰਜਾਬੀ ਸ਼ਾਇਰ ਹੈ ਨਾ, ਭਾਵੇਂ ਸਾਡੇ ਤੇ ਕੋਈ ਵੀ ਇਲਜ਼ਾਮ ਲੱਗੇ ਹੋਣ, ਚਿਹਰੇ ਦੇ ਚਿੰਨ੍ਹਾਂ ਤੋਂ ਲੈ ਕੇ ਵੀ ਸਾਡੀ ਪਗੜੀ ਦਾ ਜਾਂ ਕੁਛ ਤੁਸੀਂ ਸਮਝਦੇ ਹੋ ਕਿ ਉਸ ਫਿਰਕਾ ਪ੍ਰਸਤੀ ਵਾਲੀ ਲਹਿਰ 'ਚ ਪੰਜਾਬੀ ਸ਼ਾਇਰਾਂ ਨੇ ਇੱਕ ਸੱਚੇ ਸੁੱਚੇ ਸ਼ਾਇਰ ਹੋਣ ਦਾ ਜਿਹੜਾ ਪੱਖ ਹੈ ਨਾ, ਉਹ ਉਹਨਾਂ ਨੇ ਉਹ ਜ਼ਰੂਰ ਉਹਨੂੰ ਪੂਰਾ ਉਜਾਗਰ ਕੀਤਾ। ਉਹਨਾਂ ਨੇ ਉਹਦੇ ਵਿੱਚ ਡੋਲੇ ਨਹੀਂ, ਇੱਕ ਪਾਸੜ ਨਹੀਂ ਹੋਏ ਬਿਲਕੁਲ। ਮੈਂ ਉਹਦੇ ਬਾਰੇ ਵੀ ਤੁਹਾਨੂੰ ਕੁਝ, ਜਿਸ 1 ਮਿੰਟ ਵਿੱਚ ਉੱਠ ਕੇ ਆਪਣੀ ਪੁਸਤਕ ਪਕੜ ਸਕਾਂ ਤੇ ਲੈ ਲਓ ਸਾਹਮਣੇ। ਮਤਲਬ ਉਦੋਂ ਵੀ ਜਿਹੜਾ ਪੰਜਾਬੀ ਸ਼ਾਇਰ ਆ ਨਾ, ਉਹ ਹਮੇਸ਼ਾ ਹੀ ਆਪਣੇ ਨਾਲ ਇੰਜ ਹੀ ਰਿਹਾ ਕਿ ਉਹਨੂੰ ਸਾਰਿਆਂ ਦਾ ਦਰਦ ਸੀ। ਉਹਨੂੰ ਕੋਈ ਉਹ ਨਹੀਂ ਸੀਗਾ ਕਿ ਉਹ ਇੱਕ ਫਿਰਕੇ ਵਿਸ਼ੇਸ਼ ਦੇ ਨਾਲ ਉਹਨੇ ਕੁਝ ਉਹ ਕੀਤਾ ਹੋਵੇ। ਉਹ ਮੈਂ ਜਿੱਦਾਂ ਇੱਕ ਨਜ਼ਮ ਸੀ ਮੇਰੀ ਕਿ ਜਿਹੜੀ ਉਹ ਸੀ ਬੱਚੇ ਬਹੁਤ ਖੁਸ਼ ਨੇ। ਜੀ ਸਰ। ਉਸ ਨਜ਼ਮ ਵਿੱਚ ਵੀ ਇਸ ਤਰ੍ਹਾਂ ਦਾ ਹੀ ਸੀ। ਉਹ ਅੱਜ ਵੀ ਉਦੋਂ ਮਤਲਬ ਜਿਵੇਂ ਬੱਚਿਆਂ ਦੇ ਉੱਤੇ ਕਿਵੇਂ ਕੀ ਅਸਰ ਹੋਇਆ ਉਹਨਾਂ ਦਿਨਾਂ 'ਚ, ਉਸ ਦੌਰ 'ਚ, ਉਹ ਕਿ ਬੱਚੇ ਉਦੋਂ ਜਦੋਂ ਜੇ ਮੈਂ ਉਸ ਦੌਰ ਦੀ ਗੱਲ ਕਰਾਂ ਜਦੋਂ ਖੂਨ ਖਰਾਬੇ ਵਾਲਾ ਸਾਰਾ ਜਿਹੜੀ ਉਹ ਦਹਾਕਾ ਸੀ, ਉਹਦੇ ਵਿੱਚ ਮੈਂ ਇੱਕ ਵਾਰੀ ਇੱਕ ਕਵਿਤਾ ਸੀ, ਇੱਕ ਬੱਚੇ ਬਹੁਤ ਖੁਸ਼ ਨੇ, ਹੱਥਾਂ 'ਚ ਰੰਗ ਬਰੰਗੀਆਂ ਝੰਡੀਆਂ ਹਿਲਾਉਂਦੇ, ਆਜ਼ਾਦੀ ਦਿਵਸ ਦੀ ਪਰੇਡ 'ਚ ਦੇਸ਼ ਦੀ ਏਕਤਾ ਸਲਾਮਤੀ ਦੇ ਗੀਤ ਗਾ ਕੇ। ਬੱਚੇ ਬਹੁਤ ਖੁਸ਼ ਨੇ, ਨਿਸ਼ਕਪਟ ਜਿਹੀ ਮੁਸਕਾਨ ਵਾਲੇ, ਪੁਲਾੜ ਯਾਤਰੀ ਦੀਆਂ ਕਲਾਬਾਜ਼ੀਆਂ ਵੇਖ ਕੇ, ਰੰਗੀਨ ਟੀਵੀ ਉੱਤੇ ਉਹਦਾ ਸੁਨੇਹਾ ਸੁਣ ਕੇ, ਸਾਰੇ ਜਹਾਂ ਸੇ ਅੱਛਾ ਦੋਸਤਾਂ ਹਮਾਰਾ। ਬੱਚੇ ਬਹੁਤ ਖੁਸ਼ ਨੇ, ਕਰਫਿਊ 'ਚ ਹੋਈਆਂ ਛੁੱਟੀਆਂ ਮਨਾ ਕੇ। ਬੱਚੇ ਬਹੁਤ ਖੁਸ਼ ਨੇ, ਕਰਫਿਊ 'ਚ ਹੋਈਆਂ ਛੁੱਟੀਆਂ ਮਨਾ ਕੇ, ਟੈਂਕ ਵਾਲੇ ਫੌਜੀ ਅੰਕਲ ਨਾਲ ਹੱਥ ਮਿਲਾ ਕੇ, ਸਵੈ ਚਾਲਿਤ ਬੰਦੂਕ ਮੋਢੇ ਪਾ ਕੇ ਫੋਟੋ ਖਿਚਾ ਕੇ। ਬੱਚੇ ਕਿੰਨੀ ਜਲਦੀ ਖੁਸ਼ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ ਕਿਵੇਂ ਸਾਡੀਆਂ ਸੋਚਾਂ ਤੇ ਨਸ਼ਤਰ ਚੱਲ ਗਏ ਨੇ, ਕਿਵੇਂ ਮੁਹੱਬਤ ਚਿਹਰੇ ਦੇ ਚਿੰਨ੍ਹਾਂ ਤੱਕ ਸੀਮਤ ਹੋ ਗਈ ਹੈ, ਕਿਵੇਂ ਅਮਿਤੋਜ ਰਾਤੋਂ ਰਾਤ ਦੁਸ਼ਮਣ ਬਣ ਗਿਆ ਹੈ, ਕਿਵੇਂ ਦੋਸਤੀ ਦੀ ਮਹਿਕ ਨੇ ਵੀ ਫਿਜ਼ਾ ਵਿੱਚ ਘੁਲਣ ਦੇ ਹੱਕ ਰਾਖਵੇਂ ਰੱਖ ਲਏ ਨੇ। ਵਾਹ ਜੀ। ਕਿਵੇਂ ਮੁਹੱਬਤ ਚਿਹਰਿਆਂ ਦੇ ਚਿੰਨ੍ਹਾਂ ਤੱਕ ਮਹਿਦੂਦ ਹੋ ਗਈ ਹੈ, ਕਿਵੇਂ ਅਮਿਤੋਜ ਰਾਤੋਂ ਰਾਤ ਦੁਸ਼ਮਣ ਬਣ ਗਿਆ ਹੈ, ਕਿਵੇਂ ਦੋਸਤੀ ਦੀ ਮਹਿਕ ਨੇ ਵੀ ਫਿਜ਼ਾ 'ਚ ਘੁਲਣ ਦੇ ਹੱਕ ਰਾਖਵੇਂ ਰੱਖ ਲਏ ਹਨ। ਬੱਚੇ ਨਹੀਂ ਜਾਣਦੇ ਕਿਵੇਂ ਚਾਣ ਚੱਕ ਬਦਲ ਜਾਂਦੀਆਂ ਨੇ ਭਾਸ਼ਾਵਾਂ, ਰੁਤਬੇ, ਵਿਸ਼ੇਸ਼ਣ, ਕਿਵੇਂ ਪੈਰਾਂ ਹੇਠਲੀ ਜ਼ਮੀਨ ਪਰਾਈ ਲੱਗਣ ਲੱਗ ਪੈਂਦੀ ਹੈ, ਕਿਵੇਂ ਆਦਮੀ ਨਾ ਰਹਿ ਕੇ ਇੱਕ ਧਿਰ ਧੜਾ ਜਾਂ ਕੌਮ ਬਣ ਕੇ ਰਹਿ ਜਾਂਦਾ ਹੈ। ਕਿਆ ਬਾਤ। ਬੱਚੇ ਬਹੁਤ ਖੁਸ਼ ਨੇ, ਖੁਸ਼ ਹੀ ਰਹਿਣ। ਉਹ ਅਣਜਾਣ ਨੇ ਹਵਾ 'ਚ ਫੈਲੀ ਦਹਿਸ਼ਤ ਤੋਂ, ਉਹ ਅਣਭੋਲ ਨੇ ਫੁੱਲਾਂ ਨੂੰ ਲੂਹ ਦੇਣ ਵਾਲੀ ਭਾਸ਼ਾ ਤੋਂ, ਉਹ ਨਿਰਲੇਪ ਨੇ ਸਿਆਸਤ ਦੀਆਂ ਘਟੀਆ ਚਾਲਾਂ ਤੋਂ। ਜੇ ਬੱਚੇ ਸਮਝ ਗਏ ਸਭ ਕੁਝ ਤਾਂ ਬਚਪਨ ਗੁੰਮ ਜਾਏਗਾ, ਭੋਲੀ ਮੁਸਕਾਨ ਦੀ ਥਾਂ ਚਿਹਰਿਆਂ ਤੇ ਨਫ਼ਰਤ ਫੈਲ ਜਾਏਗੀ ਤੇ ਮੱਥੇ ਖਿਝ ਭਰੀਆਂ ਤਿਊੜੀਆਂ ਦਾ ਜੰਗਲ ਉੱਗ ਆਏਗਾ। ਇੰਜ ਨਾ ਹੀ ਹੋਵੇ ਤਾਂ ਚੰਗਾ ਹੈ, ਫੁੱਲ ਖਿੜੇ ਹੋਏ ਚੰਗੇ ਲੱਗਦੇ ਨੇ, ਫੁੱਲਾਂ ਨੂੰ ਸੜਦੇ ਵੇਖ ਕੇ ਖੁਸ਼ ਕੌਣ ਹੋਏਗਾ। ਵਾਹ ਜੀ ਵਾਹ। ਮਤਲਬ ਵਿੱਚ ਵੀ ਇੱਕ ਸਟਲ ਢੰਗ ਨਾਲ
ਜਿਵੇਂ ਜੀ ਅਮਿਤੋਜ ਮੇਰਾ ਦੋਸਤ ਸੀਗਾ, ਪਰ ਉਹ ਜੀ ਕਿਸੇ ਫਿਰਕੇ ਨੂੰ ਸੰਬੰਧ ਰੱਖਦਾ ਸੀ। ਉਹ ਕੀ ਕਾਰਨ ਨੇ ਕਿ ਵੀ ਇੰਨੀ ਨੇੜਲੀ ਦੋਸਤੀ ਨੂੰ ਸਿਰ ਚਿਹਰਿਆਂ ਦੇ ਚਿੰਨ੍ਹਾਂ ਤੱਕ ਦੇਖਿਆ ਕਈ ਥਾਵਾਂ ਤੇ। ਜੀ ਉਦੋਂ ਇੱਕ ਭਰਾ ਨੇ ਪੱਗ ਬੰਨੀ ਤੇ ਦੂਜੇ ਨੇ ਨਹੀਂ ਬੰਨੀ, ਤੇ ਉਹਨਾਂ ਨਾਲ ਕੀ ਹੋਇਆ ਜੀ ਮੈਂ ਜੀ ਉਹ ਜੀ ਬਾਹਰ ਚ ਨਹੀਂ ਜਾਂਦਾ। ਇਸ ਜੀ ਤਰ੍ਹਾਂ ਮਤਲਬ ਇੰਝ ਦੀਆਂ ਕਵਿਤਾਵਾਂ ਉਸ ਦੌਰ ਚ ਸੀ। ਜੀ ਇਸੇ ਤਰ੍ਹਾਂ ਜੀ ਜਿੱਦਾਂ ਸਾਡੇ ਗੁਆਂਢੀ ਦੁਸ਼ਮਣ ਦੇਸ਼ ਨਾਲ ਸਾਡਾ ਉਹਨੂੰ ਵਧਾ ਚੜਾ ਕੇ ਕਈ ਵਾਰੀ ਅਸੀਂ ਉਹ ਕਰਦੇ ਹਾਂ। ਮੇਰੀ ਜੀ ਇੱਕ ਵੈਸੇ ਜੇ ਟਾਈਮ ਤੁਸੀਂ ਮੈਨੂੰ ਜੀ ਦੱਸ ਜੀ ਦੇਣਾ। ਸਰ, ਟਾਈਮ ਖੁੱਲਾ ਹੈ ਜੀ। ਇੱਕ ਸਾਡੇ ਕੋਲ 1 ਘੰਟੇ ਦਾ ਵਕਤ ਹੈ। ਆਪਾਂ 7 ਵਜੇ ਪ੍ਰੋਗਰਾਮ ਮਤਲਬ ਖਤਮ ਕਰਨਾ ਹੈ ਸਰ। ਹਾਂ ਅਸੀਂ ਤੁਹਾਡੇ ਕੋਲੋਂ ਜ਼ਰੂਰ ਸੁਣਨੀਆਂ ਨੇ। ਮੈਂ ਨਾਲ ਨਾਲ ਗੱਲ ਕਰਦੀ ਜਾਵਾਂ, ਤੁਸੀਂ ਤਿਆਰੀ ਕਰੋ ਹਾਂਜੀ ਸਰ ਅਗਲੀ ਦੀ। ਕਿ ਮੈਂ ਸੱਚੀ ਮੁੱਚੀ ਜਦੋਂ ਤੁਸੀਂ ਸਰ ਆਪਣਾ ਕਵਿਤਾ ਸੁਣਾ ਰਹੇ ਸੀਗੇ, ਇਹ ਨਜ਼ਮ ਸੁਣਾ ਰਹੇ ਸੀ ਸਾਨੂੰ, ਤਾਂ ਮੈਂ ਸੱਚੀ ਮੁੱਚੀ ਮਹਿਸੂਸ ਕਰ ਰਹੀ ਸੀ ਕਿ ਅਸਲੀ ਲੇਖਕ ਉਹੀ ਹੁੰਦਾ ਹੈ ਜਿਸ ਦੀ ਕੋਈ ਧਿਰ ਨਹੀਂ। ਅਸਲੀ ਲੇਖਕ ਨੇ ਸੱਚੀ ਮੁੱਚੀ ਮਨੁੱਖ ਦੀ ਗੱਲ ਕਰਨੀ, ਮਾਨਵਤਾ ਦੀ ਗੱਲ ਕਰਨੀ। ਸੋ ਉਹ ਮੈਨੂੰ ਤੁਹਾਡੀ ਪਰਸਨੈਲਿਟੀ ਤੋਂ ਲੱਗ ਰਿਹਾ ਸੀ ਕਿ ਡਾਕਟਰ ਰਵਿੰਦਰ, ਜਿਨ੍ਹਾਂ ਬਾਰੇ ਅਕਸਰ ਲੋਕ ਕਹਿੰਦੇ ਨੇ ਕਿ ਡਾਕਟਰ ਰਵਿੰਦਰ ਬੜੇ ਸਹਿਜ ਨੇ। ਔਰ ਆਮ ਤੌਰ ਤੇ ਜਿਹੋ ਜਿਹਾ ਦੌਰ ਚੱਲਦਾ ਹੈ ਕਿ ਲੋਕ ਆਪਣੇ ਨਾਮ ਨਾਲ ਬੜੀਆਂ ਮਸ਼ਹੂਰੀਆਂ ਨਾਲ ਜੋੜ ਲੈਂਦੇ ਨੇ, ਬੜੇ ਮਾਨਾਂ ਸਨਮਾਨਾਂ ਪਿੱਛੇ ਭੱਜਦੇ ਨੇ, ਜਾਂ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਬੋਲ ਕੇ ਹੀ ਬਹੁਤ ਕੁਝ ਹੋ ਜਾਂਦਾ ਹੈ। तो ਜਦੋਂ ਤੁਸੀਂ ਸਰ ਸੁਣਾ ਰਹੇ ਸੀ ਤੇ ਮੇਰੇ ਮਨ ਦੇ ਵਿੱਚ ਇੱਕ ਸ਼ੇਰ ਆ ਰਿਹਾ ਸੀ ਕਿ ਕਬ ਆਵਾਜ਼ देता है वो शख्स बाजार में, कब आवाज देता है वो शख्स बाजार में जो हीरो की दुकान करता है। तो ਸਾਡੇ ਸ਼ਾਇਰ ਅੱਜ ਸੱਚੀ ਮੁੱਚੀ ਮਾਣ, ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਵੱਡੇ ਸ਼ਾਇਰ ਦੇ ਨਾਲ ਅੱਜ ਗੱਲਾਂ ਕਰ ਰਹੇ ਹਾਂ। ਤੇ ਮੇਰੇ ਸਾਹਮਣੇ ਨਾ ਤੁਹਾਡੀ, ਕਿਉਂਕਿ ਮੈਂ ਵੀ ਤੁਹਾਡੀ ਕਵਿਤਾ ਦੀ ਕਾਇਲ ਹਾਂ, ਮੈਂ ਪੜ੍ਹਦੀ ਰਹਿੰਦੀ ਹਾਂ ਤੁਹਾਨੂੰ, ਤੇ ਮੇਰੇ ਸਾਹਮਣੇ ਸੀ ਕਿ ਜਦੋਂ ਤੁਸੀਂ ਇਹ ਕਵਿਤਾ ਸੁਣਾ ਰਹੇ ਕਿ ਸੱਚੀ ਮੁੱਚੀ ਜੇ ਲੱਭਣਾ ਹੈ ਡਾਕਟਰ ਰਵਿੰਦਰ ਨੂੰ, ਰਵਿੰਦਰ ਸ਼ਾਇਰ ਨੂੰ, ਤਾਂ ਲੱਭਿਆ ਜਾ ਸਕਦਾ ਹੈ ਕਿ ਪੌਣ ਦੇ ਖੰਭਾਂ ਤੇ ਲਿਖਿਆ ਗੀਤ ਹਾਂ ਮੈਨੂੰ ਪਛਾਣ। ਪੌਣ ਦੇ ਖੰਭਾਂ ਤੇ ਲਿਖਿਆ ਗੀਤ ਹਾਂ ਮੈਨੂੰ ਪਛਾਣ, ਮੈਂ ਤੇਰੇ ਆਪਣੇ ਖਲਾ ਦੀ ਚੀਕ ਹਾਂ ਮੈਨੂੰ ਪਛਾਣ। ਛੋਟਿਆਂ ਸਾਹਾਂ ਤੇ ਆਈ ਬੂੰਦ ਹੁੰਦੀ ਨਬਜ਼ ਦੀ, ਤਲੀ ਤੇ ਬੰਦ ਹੁੰਦੀ ਨਬਜ਼ ਦੀ, ਤਲੀ ਤੇ ਲੰਮੀ ਉਮਰ ਦੀ ਲੀਕ ਹਾਂ ਮੈਨੂੰ ਪਛਾਣ। ਪਿਘਲਦੇ ਸੀ ਜੋ ਕਦੇ ਇੱਕ ਦੂਸਰੇ ਦੇ ਸੇਕ ਨਾਲ, ਪਿਘਲਦੇ ਸੀ ਜੋ ਕਦੇ ਇੱਕ ਦੂਸਰੇ ਦੇ ਸੇਕ ਨਾਲ, ਯੱਖ ਹੋਏ ਰਿਸ਼ਤਿਆਂ ਦੀ ਸੀਤ ਹਾਂ ਮੈਨੂੰ ਪਛਾਣ। ਮੈਂ ਕਦੀ ਮੁਨਸਫ, ਕਦੀ ਕਾਤਲ, ਕਦੀ ਮਕਤੂਲ ਹਾਂ। ਮੈਂ ਕਦੀ ਮੁਨਸਫ, ਕਦੀ ਕਾਤਲ, ਕਦੀ ਮਕਤੂਲ ਹਾਂ। ਨਾ ਮੈਂ ਸਾਰਾ ਗਲਤ ਹਾਂ ਨਾ ਠੀਕ ਹਾਂ ਮੈਨੂੰ ਪਛਾਣ। ਸੱਚੀ ਮੁੱਚੀ ਸਰ ਬਾ ਕਮਾਲ ਹੈ ਤੁਹਾਡੀ ਸ਼ਾਇਰੀ ਜੀ। ਤੁਸੀਂ ਵੱਡੀਆਂ ਗੱਲਾਂ ਬੜੀ ਰਮਜ਼ ਦੇ ਵਿੱਚ ਕਹਿ ਜਾਂਦੇ ਜੀ, ਵੱਡੀਆਂ ਗੱਲਾਂ, ਵੱਡੇ ਵੱਡੇ ਸੰਤਾਪ, ਵੱਡੇ ਸੇਕ, ਔਰ ਸਮਾਜ ਦਾ ਯਥਾਰਥ ਜਿਹੜਾ ਹੈ ਸਾਡੀ ਸੱਚੀ ਮੁੱਚੀ ਬੜੇ ਸੰਕੇਤਕ ਰੂਪ ਦੇ ਵਿੱਚ, ਬੜੇ ਪ੍ਰਤੀਕਾਤਮਕ ਰੂਪ ਦੇ ਵਿੱਚ ਪੇਸ਼ ਕਰਦੇ ਜੀ। ਸਰ ਅਗਲੀ ਗੱਲ ਕਰੋ ਜੀ ਹੁਣ। ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਮੇਰੀ ਉਸ ਗਜ਼ਲ ਦੇ ਕੋਈ ਸ਼ੇਰ ਸੁਣਾਏ। ਉਹ ਜਿਹੜੀ ਆਪਣੀ ਪਛਾਣ ਜਿਹੜੀ ਹੈ, ਇੱਕੋ ਹੀ ਬੰਦਾ ਜਿਹੜਾ ਕਈ ਤਹਿਾਂ ਚ ਵੰਡਿਆ ਹੁੰਦਾ, ਕਦੀ ਉਹ ਮੁਨਸਫ ਆ, ਕਦੀ ਉਹ ਮੁਜਰਮ ਆ, ਮਕਤੂਲ ਆ, ਤੇ ਕਦੀ ਕਾਤਲ ਵੀ ਹੈ। ਉਹਨੂੰ ਆਪ ਹੀ ਆਪਣੇ ਬਾਰੇ ਨਹੀਂ ਪਤਾ ਤੇ ਉਹ ਕੀ ਉਹਦੀ ਕਰੇਗਾ, ਪਹਿਚਾਣ ਕਰੇਗਾ। ਇੱਕ ਮੈਂ ਗੱਲ ਜਿਵੇਂ ਕਰ ਰਿਹਾ ਸੀ ਕਿ ਜਦੋਂ ਅਸਲੀ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਅਸਲੀ ਦੁਸ਼ਮਣ ਕੌਣ ਆ, ਅਸੀਂ ਕਿਸੇ ਖਾਸ ਦਿਸ਼ਾ ਵੱਲ ਧੱਕ ਦਿੱਤੇ ਜਾਂਦੇ ਆ ਹਮੇਸ਼ਾ ਹੀ, ਤੇ ਸਾਨੂੰ ਉਹ ਕਿਹਾ ਜਾਂਦਾ ਵੀ ਇਹ ਤੇਰਾ ਦੁਸ਼ਮਣ ਆ, ਜਦੋਂ ਕਿ ਦੁਸ਼ਮਣ ਉਹ ਵੀ ਨਹੀਂ ਹੁੰਦਾ। ਉਹਦੇ ਵੀ ਘਰ ਦੀ ਹਾਲਾਤ, ਉਹਦੇ ਵੀ ਪਿੱਛੇ ਉਹਦੇ ਮਾਂ ਬਾਪ, ਉਹਦੀ ਬੱਚੇ, ਤੇ ਉਹ ਅਸੀਂ ਉਸ ਦੁਸ਼ਮਣੀ ਨੂੰ ਨਿਭਾਉਂਦਿਆਂ ਕੋਈ ਸ਼ਹੀਦ ਬਣ ਜਾਂਦਾ ਤੇ ਕੋਈ ਕਤਲ ਹੋ ਜਾਂਦਾ, ਕੋਈ ਕੁਛ ਬਣ ਜਾਂਦਾ। ਉਹ ਇਤਿਹਾਸ ਕੁਛ ਜਿਹੜੇ ਉੱਪਰ ਬੈਠੇ ਬੰਦੇ ਆ ਉਹ ਹੀ ਸਾਨੂੰ ਖਿਡਾਉਂਦੇ ਰਹਿੰਦੇ ਆ, ਪੁਤਲੀਆਂ ਵਾਂਗੂ ਜਾਂ ਪਿਆਦਿਆਂ ਵਾਂਗੂ ਜਾਂ ਕੁਛ ਵੀ। ਇਹ ਕਵਿਤਾ ਕੁਛ ਇਸ ਤਰ੍ਹਾਂ ਦੀ ਆ ਕਿ ਉਹ ਗੱਦਾਰ ਨਹੀਂ ਸੀ, ਉਹ ਗੱਦਾਰ ਨਹੀਂ ਸੀ, ਉਹ ਗੱਦਾਰ ਨਹੀਂ ਸੀ ਜੇ ਉਸਦੀ ਬੰਦੂਕ ਦੀ ਨਾਲੀ ਅੱਗ ਉਗਲਣ ਤੋਂ ਪਹਿਲਾਂ ਸੋਚੀ ਪੈ ਗਈ ਸੀ। ਉਹ ਗੱਦਾਰ ਨਹੀਂ ਸੀ ਜੇ ਉਸਦੀ ਬੰਦੂਕ ਦੀ ਨਾਲੀ
ਅੱਗ ਉਗਲਣ ਤੋਂ ਪਹਿਲਾਂ ਸੋਚੀ ਪੈ ਗਈ ਸੀ। ਇਹ ਉਸਦੇ ਚੇਤੇ ਵਿੱਚ ਜੰਮ ਕੇ ਰਹਿ ਗਈਆਂ ਸਨ ਕੁਝ ਤਸਵੀਰਾਂ। ਹੂੰ ਇਹ ਮੈਨੂੰ ਸਪਸ਼ਟ ਨਹੀਂ ਕਰਨਾ ਚਾਹੀਦਾ, ਕਵਿਤਾ ਬਿਲਕੁਲ ਜੀ, ਆਪਣੇ ਆਪ ਬਿਲकुल ਆਪਣੇ ਬਿਲकुल ਜੀ, ਅਰਥ ਆਪਣੇ ਆਪ ਦਾ ਅਰਥ ਸਿਰਜ ਰਹੀ ਹੈ ਜੀ। ਬਿਲकुल ਜੀ, ਬਿਲकुल ਹਾਂਜੀ। ਜੀ। ਉਹ ਗੱਦਾਰ ਨਹੀਂ ਸੀ ਜੇ ਉਸਦੀ ਬੰਦੂਕ ਦੀ ਨਾਲੀ ਅੱਗ ਉਗਲਣ ਤੋਂ ਪਹਿਲਾਂ ਸੋਚੀ ਪੈ ਗਈ ਸੀ। ਇਹ ਉਸਦੇ ਚੇਤੇ ਵਿੱਚ ਜੰਮ ਕੇ ਰਹਿ ਗਈਆਂ ਸਨ ਕੁਝ ਤਸਵੀਰਾਂ। ਸੂਹੇ ਸਾਲੂ ਤੇ ਫੁਲਕਾਰੀ, ਸੁੰਨੇ ਚੀਰ ਨੂੰ ਢੱਕਣ ਵਾਲੀ ਚਿੱਟੀ ਚੁੰਨੀ। ਸੂਹੇ ਸਾਲੂ ਤੇ ਫੁਲਕਾਰੀ, ਸੁੰਨੇ ਚੀਰ ਨੂੰ ਢੱਕਣ ਵਾਲੀ ਚਿੱਟੀ ਚੁੰਨੀ। ਨਿੱਕੇ ਨਿੱਕੇ ਬੋਟਾਂ ਦੇ ਆਲਣੇ ਬਣੇ ਅਨਾਥ ਆਸ਼ਰਮ, ਸਿਉਂਕੇ ਰੁੱਖ ਜੋ ਡਿੱਗਦੇ ਇੱਕੋ ਖਬਰ ਦੇ ਬੁੱਲੇ ਨਾਲ। ਉਹ ਗੱਦਾਰ ਨਹੀਂ ਸੀ। ਇਹ ਤਸਵੀਰਾਂ ਉਸਦੇ ਕੱਚੇ ਘਰ ਦੀ ਕੰਧ ਤੇ ਸਜੀਆਂ ਹੋਣ। ਇਹ ਤਸਵੀਰਾਂ ਉਸਦੇ ਕੱਚੇ ਘਰ ਦੀ ਕੰਧ ਤੇ ਸਜੀਆਂ ਹੋਣ ਜਾਂ ਉਸਦੀ ਗੋਲੀ ਦੀ ਜ਼ਦ ਵਿੱਚ ਆਏ ਨਿਸ਼ਾਨੇ ਵੈਰੀ ਦੇ ਘਰ, ਇੱਕੋ ਗੱਲ ਸੀ। ਇਹ ਤਸਵੀਰਾਂ ਅਸਲੀ ਦੁਸ਼ਮਣ ਕੌਣ ਸੀ? ਅਸਲੀ ਦੁਸ਼ਮਣ ਕੌਣ ਸੀ ਜਿਸ ਨੂੰ ਜਿੱਤਣ ਲਈ ਉਹ ਪਿਆਰੇ ਚਿਹਰੇ, ਨਿੱਘੀਆਂ ਰਾਤਾਂ, ਠੰਡੀਆਂ ਛਾਵਾਂ, ਹੋਰ ਬੜਾ ਕੁਝ ਰੱਬ ਆਸਰੇ ਪਿੱਛੇ ਛੱਡ ਤੁਰ ਆਏ ਸਨ। ਕਿਸ ਉਹਨਾਂ ਦੀ ਸੋਚ ਨੂੰ ਜ਼ਹਿਰ ਦੀ ਪੁੱਠ ਚਾੜੀ ਸੀ। ਧਰਮ ਗ੍ਰੰਥਾਂ ਵਿੱਚੋਂ ਆਪਣੇ ਕੰਮ ਦੀਆਂ ਟੂਕਾਂ ਚੁਣ ਕੇ ਅਰਥ ਅਨਰਥ ਬਣਾ ਕੇ, ਕਿਨੇ ਉਹਨਾਂ ਨੂੰ ਪੂਰਵਜਾਂ ਦੀ ਆਨ ਸ਼ਾਨ ਦਾ ਵਾਸਤਾ ਪਾ ਕੇ, ਕਿਨੇ ਉਹਨਾਂ ਨੂੰ ਪੂਰਵਜਾਂ ਦੀ ਆਨ ਸ਼ਾਨ ਦਾ ਵਾਸਤਾ ਪਾ ਕੇ ਫੁੱਲਾਂ ਰੁੱਤੇ ਅੱਗ ਵਿਹਾਜਣ, ਇੱਕ ਦੂਜੇ ਘਰ ਮੌਤ ਦੇ ਸੱਥਰ ਫੂੜੀ ਦਾ ਪ੍ਰਬੰਧ ਕਰਨ ਲਈ, ਇੱਕ ਦੂਜੇ ਘਰ ਮੌਤ ਦੇ ਸੱਥਰ ਫੂੜੀ ਦਾ ਪ੍ਰਬੰਧ ਕਰਨ ਲਈ ਤੇਰੀ ਗੋਲੀ ਤੇ ਮੇਰਾ ਨਾਂ, ਮੇਰੀ ਉੱਤੇ ਤੇਰਾ ਲਿਖ ਕੇ ਫਰਜ਼ ਨਿਭਾਉਂਦੇ ਗਾਜ਼ੀ ਬਣਨ, ਸ਼ਹੀਦ ਹੋਣ ਲਈ ਸਰਹੱਦਾਂ ਤੇ ਘੱਲ ਦਿੱਤਾ ਸੀ। ਵਾਹ ਜੀ। ਮਰਨ ਪਿੱਛੋਂ ਤਮਗੇ ਸਨਮਾਨ, ਯਾਦਗਾਰ ਵਿਧਵਾ ਪੈਨਸ਼ਨ, ਗੁੰਮਨਾਮੀ ਦਾ ਸੰਘਣਾ ਹਨੇਰਾ, ਇੱਕ ਇੱਕ ਕਰਕੇ ਸਭ ਤਸਵੀਰਾਂ ਉਹਦੇ ਮੂਹਰਿਓਂ ਲੰਘ ਗਈਆਂ ਸਨ। ਘੋੜੇ ਉੱਤੇ ਟਿਕੇ ਹੋਏ ਜੇ ਉਸਦੇ ਕੰਬਦੇ ਪੋਟੇ ਨੇ ਕੁਝ ਪਲ ਸੋਚ ਦੀ ਮੋਹਲਤ ਮੰਗ ਲਈ ਤਾਂ ਉਹ ਗੱਦਾਰ ਨਹੀਂ ਸੀ। ਜੇ ਬੰਦੂਕ ਦੀ ਨਾਲੀ ਵਿੱਚੋਂ ਉਸਨੇ ਸੱਜਰੇ ਫੁੱਲਾਂ ਦੀ ਵਾਦੀ ਦਾ ਸੁਪਨਾ ਵੇਖ ਲਿਆ ਤਾਂ ਉਹ ਹਰਗਜ਼ ਗੱਦਾਰ ਨਹੀਂ ਸੀ। ਉਹ ਹਰਗਜ਼ ਗੱਦਾਰ ਨਹੀਂ ਸੀ। ਵਾਹ ਜੀ ਵਾਹ ਜੀ। ਦੇ ਵੱਖਰੇ ਜਿਹੜੇ ਆਮ ਜ਼ਿੰਦਗੀ ਚ ਆਉਂਦੇ ਰਹੇ, ਜੀ ਉਹਨਾਂ ਜੀ ਨੂੰ ਮੈਂ ਕਰਦਾ ਰਿਹਾ। ਬਿਲਕੁਲ ਜੀ, ਬਿਲਕੁਲ। ਸਾਰੇ ਇੱਕ ਦੋ ਦੌਰ ਜਿਹੜੇ ਨੇ ਸਾਡੇ ਇਤਿਹਾਸ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਦਾ ਸੰਤਾਪ ਅਸੀਂ ਅੱਜ ਤੱਕ ਵੀ ਭੋਗ ਰਹੇ ਹਾਂ। ਜੇ ਤੁਹਾਡੀ ਕਵਿਤਾ ਬਹੁਤ ਕੁਝ ਦੱਸ ਰਹੀ ਹੈ ਜੀ, ਕਿਉਂਕਿ ਸਾਡੇ ਦਰਸ਼ਕ, ਸਾਡੇ ਸਰੋਤੇ ਨੇ ਇਹ ਜ਼ਰੂਰ ਮਹਿਸੂਸ ਕਰ ਲਿਆ ਹੋਏਗਾ, ਸਮਝ ਲਿਆ ਹੋਏਗਾ ਕਿ ਤੁਸੀਂ ਉਸ ਕਾਲੇ ਦੌਰ ਦੀ ਗੱਲ ਕੀਤੀ ਹੈ ਜਿਸ ਦੇ ਵਿੱਚ ਬਹੁਤ ਕੁਝ ਵਾਪਰਿਆ ਔਰ ਜਿਸ ਨੇ ਸਾਨੂੰ ਬਹੁਤ ਲਹੂ ਲਹਾਨ ਕੀਤਾ, ਤੇ ਅੱਜ ਵੀ ਅਸੀਂ ਉਹਦਾ ਸੰਤਾਪ ਜਿਹੜਾ ਹੈ, ਸਾਡਾ ਪੰਜਾਬ ਜਿਹੜਾ ਹੈ, ਉਹ ਭੁਗਤ ਰਿਹਾ ਹੈ ਕਿਤੇ ਨਾ ਕਿਤੇ। ਔਰ ਸੱਚੀ ਮੁੱਚੀ ਦਾ ਸ਼ਾਇਰ ਉਹੀ ਹੁੰਦਾ ਹੈ ਜਿਹੜਾ ਤਸਵੀਰ ਦਾ ਦੂਸਰਾ ਪਾਸਾ ਜਿਹੜਾ ਹੈ ਉਹਨੂੰ ਵੀ ਪੇਸ਼ ਕਰਦਾ ਹੈ। ਕਿ ਸਿੱਧੇ ਜਿਹੜੇ ਸਾਡੇ ਕੋਲ ਵਕਤੀ ਮੁੱਦੇ ਹੁੰਦੇ ਨੇ ਉਹਨਾਂ ਨੂੰ ਤੇ ਅਸੀਂ ਨਾਰੇ ਵਾਂਗ ਪੇਸ਼ ਕਰ ਹੀ ਦਿੰਦੇ ਹਾਂ, ਪਰੰਤੂ ਅਸਲ ਦੇ ਵਿੱਚ ਸ਼ਾਇਰ ਉਹ ਹੈ ਜਿਹੜਾ ਤਸਵੀਰ ਦਾ ਦੂਸਰਾ ਪਾਸਾ ਜਿਹੜਾ ਹੈ ਉਹ ਵੀ ਸਾਨੂੰ ਦਿਖਾਉਂਦਾ ਹੈ, ਤੇ ਉਹ ਨੇ ਡਾਕਟਰ ਰਵਿੰਦਰ ਜੀ। ਸੋ ਡਾਕਟਰ ਸਾਹਿਬ, ਤੁਹਾਡੀਆਂ ਜਿਹੜੀਆਂ ਇਹ ਰਚਨਾਵਾਂ ਨੇ ਸੱਚੀ ਭਾਵਕ ਵੀ ਕਰਨ ਵਾਲੀਆਂ ਨੇ, ਬੜੀਆਂ ਸੰਵੇਦਨਸ਼ੀਲ। ਔਰ ਹੁਣ ਆਪਾਂ ਥੋੜਾ ਜਿਹਾ ਰੰਗ ਨੂੰ ਮੋੜਦੇ ਹਾਂ ਕਿ ਆਪਾਂ ਤੁਹਾਡੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਸਵਾਲ ਕਰਦੇ ਹਾਂ ਜੀ। ਸੋ ਡਾਕਟਰ ਰਵਿੰਦਰ ਆਪਣੀ ਮਹਿਬੂਬਾ ਬਾਰੇ, ਆਪਣੀ ਪਤਨੀ ਬਾਰੇ, ਆਪਣੇ ਜੀਵਨ ਸਾਥੀ ਬਾਰੇ ਵੀ ਕੁਝ ਗੱਲਾਂ ਸਾਡੇ ਨਾਲ ਕਰਨ। ਪਰਿਵਾਰ ਵਿੱਚ ਸਰ ਕੌਣ ਕੌਣ ਨੇ ਜੀ ਤੁਹਾਡੇ? ਹਾਂਜੀ ਹਾਂਜੀ, ਪਰਿਵਾਰ ਦੇ ਵਿੱਚ ਇਸ ਵਕਤ ਮੈਂ ਤੇ ਮੇਰੀ ਪਤਨੀ ਗੁਰਦੀਪ ਕੌਰ ਦਾ ਨਾਮ, ਅਸੀਂ ਬੜੇ ਸਹਿਜ ਢੰਗ ਨਾਲ, ਬੜੇ ਵਧੀਆ ਢੰਗ ਨਾਲ ਰਹਿੰਦੇ ਆ। ਤੇ ਬੱਚੇ ਮੇਰੇ ਦੋ ਬੱਚੇ, ਦੋਵੇਂ ਉਹ ਡਾਕਟਰ ਨੇ। ਇੱਕ ਬੱਚਿਆਂ ਦਾ, ਇੱਕ ਹੱਡੀਆਂ ਦਾ ਸਪੈਸ਼ਲਿਸਟ ਸੀ। ਉਹ ਦੋਵੇਂ ਹੁਣ ਬਾਹਰ ਚਲੇ ਗਏ, ਕੈਨੇਡਾ ਚਲੇ ਗਏ। ਸਾਡੀਆਂ ਨੂੰਹ ਰਾਣੀਆਂ ਵੀ ਸਾਡੀਆਂ ਧੀਆਂ ਸਮਝ ਲਓ,
ਉਹ ਵੀ ਉੱਥੇ ਬਾਹਰ ਉਹਨਾਂ ਦੇ ਨਾਲ ਹੀ ਉਹ ਵੀ ਡਾਕਟਰ ਨੇ। ਇੱਥੇ ਹੁਣ ਮੈਂ ਤੇ ਮੇਰੀ ਪਤਨੀ ਗੁਰਦੀਪ, ਬਸ ਅਸੀਂ ਉਹ ਦੋਵੇਂ ਜਣੇ ਹੁੰਦੇ ਆ ਤੇ ਜੀ ਬਸ ਸਰ। ਠੀਕ ਆ, ਇੱਕ ਦੂਜੇ ਦਾ ਸਾਥ ਦੇਈ ਜਾਈਦਾ, ਗੱਪਸ਼ਪ ਮਾਰਦੇ ਰਹੀਦਾ। ਜੀ ਨਾਲ ਸਰ। ਮੈਂ ਆਪਣਾ ਦਿਨੇ ਥੋੜਾ ਕੰਮ ਵੀ ਕਰਨ ਨਾਲ ਚੱਲ ਜਾਣਾ। ਜੀ ਤੇ ਮਾਤਾ ਪਿਤਾ ਦੇ ਪਿੱਛੇ ਥੋੜੀ ਦੇਰ ਪਹਿਲਾਂ ਉਹਦੇ ਹੁਣ ਚਲੇ ਗਏ। ਜੀ ਸਰ। ਤੇ ਇਸ ਤਰ੍ਹਾਂ ਸਾਡਾ ਉਹ ਬਾਕੀ ਤੇ ਦੁਆਲੇ ਸਾਰੇ ਜੀ ਸਰ। ਹਸਪਤਾਲ ਮੈਂ ਜਾਣਾ ਜੀ ਸਵੇਰੇ ਸਰ। ਥੋੜੀ ਜਿਹੀ 3-4 ਜੀ ਘੰਟੇ ਤੇ ਕੰਮ ਵੀ ਕਰੀਦਾ, ਕਿਉਂਕਿ ਜੀ ਬੱਚੇ ਸਾਰੇ ਜਿਵੇਂ ਤੁਸੀਂ ਦੇਖਿਆ ਉਹ ਹਾਲੇ ਵੀ ਮੇਰੇ ਕੋਲ ਕਾਫੀ ਬੱਚੇ ਹੁੰਦੇ ਆ। ਜੀ ਤੇ ਸਰ। ਮੈਂ ਹਮੇਸ਼ਾ ਹੀ ਨਾ ਇਸ ਵੰਡ ਜੀ ਚ ਹੀ ਹੁੰਦਾ। ਇੱਕ ਜੀ ਵਾਰੀ ਮੇਰੀ ਇੱਕ ਕਵਿਤਾ ਵੀ ਸੀ ਇਸੇ ਤਰ੍ਹਾਂ ਕਿ ਜਿਹੜੀ ਇੱਕ ਡਾਕਟਰ ਤੇ ਇੱਕ ਕਵੀ, ਜੀ ਉਹ ਇੱਕ ਕਲਮ ਤੁਸੀਂ ਮੈਨੂੰ ਵੇਖਿਆ ਕਿ ਕਿੰਨਾ ਮੈਂ ਬਿਜ਼ੀ ਰਹਿੰਦਾ ਰਿਹਾ, ਜੀ ਜੀ ਹੋਇਆ ਜੀ ਵੀ ਹਾਂ। ਮੈਨੂੰ ਇਹ ਡਾਇਲੈਮਾ ਜਾਂ ਇਹ ਡਾਇਕੋਟਮੀ ਜਾਂ ਇਹ ਦਵੰਦ ਹਮੇਸ਼ਾ ਹੀ ਰਿਹਾ ਕਿ ਮੈਂ ਬਤੌਰ ਡਾਕਟਰ ਲਗਾਤਾਰ ਆਪਣਾ ਕਰਾਂ। ਤੇ ਜੀ ਕਿਉਂਕਿ ਇਹ ਵੀ ਜਿਹੜੀ ਪ੍ਰੇਰਨਾ ਜਾਂ ਲਿਖਣ ਦੀ ਜਿਹੜੀ ਗੱਲ ਆ, ਇਹ ਜੀ। ਵੀ ਤਾਂ ਇੱਕ ਖਾਸ ਵਕਤ ਬਿਨਾਂ ਹਾਂਜੀ ਬਾਤ ਕੀਤੇ ਆਪਣੇ ਆਪ ਹੀ ਆਉਂਦਾ ਹੈਗਾ। ਉਹ ਦੌਰ, ਇੱਕ ਪਲ, ਇੱਕ ਕਰਤਾਰੀ ਛਣ ਜਿਹੜੇ ਆ ਜੀ ਉਹ ਇਦਾਂ ਹੀ ਆਉਂਦੇ। ਜੀ ਉਸ ਜੀ ਵੇਲੇ ਮੇਰੀ ਜਿਹੜੀ ਇਹ ਹੁੰਦੀ ਹੈ ਨਾ ਸੋਚ ਕੇ ਮੈਂ ਹੁਣ ਡਾਕਟਰ ਦੇ ਤੌਰ ਤੇ ਡਾਕਟਰ ਰਵਿੰਦਰ ਜ਼ਰੂਰੀ ਆ ਕਿ ਜਾਂ ਸ਼ਾਇਰ ਦੇ ਤੌਰ ਤੇ ਸ਼ਾਇਦ। ਡਾਕਟਰ। ਮੇਰੀ ਇੱਕ ਜੀ ਕਵਿਤਾ ਇਸ ਤਰ੍ਹਾਂ ਦੀ ਵੀ ਸੀ, ਜੀ ਮੈਂ ਸਰ। ਲਿਖਦਾ ਜੇ ਉਹ ਮੈਨੂੰ ਲੱਭੇ ਤੇ ਮੈਂ ਤੁਹਾਨੂੰ ਉਹ ਜੀ ਜਿਹੜੀ ਬਤੌਰ ਕਈ ਵਾਰੀ ਮੈਨੂੰ ਸਵਾਲ ਪੁੱਛਦੇ ਨੇ ਵੀ ਡਾਕਟਰ ਤੇ ਹੈਂ, ਜੀ 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 ਉਹ ਵੀ ਮੈਨੂੰ ਅੱਛੀ ਲੱਗਦੀ ਹੈ ਕਵਿਤਾ। ਜੀ ਕਿ ਉਹ ਨਾ ਉਹ ਸੀ ਏਦਾਂ ਕਿ ਚੀਰਿਆ ਹੋਇਆ ਚੀਰੀ ਹੋਈ ਕਲਮ ਤੋਂ ਜੀ ਸਰ। ਜ਼ਰੂਰ। ਬਣਾਉਣਾ ਇੱਕ ਛੋਟੀ ਜਿਹੀ ਕਵਿਤਾ। ਉਹ ਜੀ ਮੇਰੇ ਸਰ। ਜਿਹੜੇ ਪਰਸਨਲ ਜੀ ਵੀ ਮੇਰੀ ਲਾਈਫ ਕਿੱਦਾਂ ਦੀ ਆ ਜੀ ਉਹਨੂੰ ਸਰ। ਸ਼ਾਇਦ ਥੋੜਾ ਜਿਹਾ ਸਪਸ਼ਟ ਕਰੇ ਥੋੜਾ ਜਿਹਾ। ਉਹ ਸੀ ਕਿ ਮਤਲਬ ਕਿ ਇੱਕ ਡਾਕਟਰ ਜਿਹੜਾ ਉਹਦੀ ਦਵੰਦ ਕਿਸ ਤਰ੍ਹਾਂ ਦਾ ਹੈਗਾ ਜੀ ਮੇਰੀ ਜੀ ਜ਼ਿੰਦਗੀ ਜੀ ਸਰ। ਤੇ ਦੋਵੇਂ ਪਾਸਿਆਂ ਉਹ ਜਸਟੀਫਾਈ ਕਰਨਾ ਚਾਹੁੰਦਾ, ਹਾਂਜੀ ਸੁਹਿਰਦ ਰਹਿਣਾ ਚਾਹੁੰਦਾ, ਪਰ ਜੀ ਉਹਦੇ ਆਪਣੇ ਚੋਂ ਫਿਰ ਉਹਦੇ ਤੇ ਕੀ ਬੀਤਦਾ। ਇਹ ਹੈ ਕਿ ਕਈ ਬੰਦੇ ਨੇ ਇਸ ਬੰਦੇ ਦੇ ਅੰਦਰ, ਹੂੰ। ਕਈ ਬੰਦੇ ਨੇ ਇਸ ਬੰਦੇ ਦੇ ਅੰਦਰ ਕਈ ਪਰਤਾਂ 'ਚ ਵੰਡਿਆ, ਕਈ ਹਿੱਸਿਆਂ 'ਚ ਖਿੰਡਿਆ ਸ਼ਖਸ ਹਾਂ ਮੈਂ। ਵਾਹ ਜੀ ਵਾਹ। ਕਈ ਬੰਦੇ ਨੇ ਇਸ ਬੰਦੇ ਦੇ ਅੰਦਰ ਕਈ ਪਰਤਾਂ 'ਚ ਵੰਡਿਆ, ਕਈ ਹਿੱਸਿਆਂ 'ਚ ਖਿੰਡਿਆ ਸ਼ਖਸ ਹਾਂ ਮੈਂ। ਮੇਰੀ ਇੱਕ ਕਲਮ ਲਿਖਦੀ ਹੈ ਹੂੰ ਸੁਬਹ ਤੋਂ ਸ਼ਾਮ ਤੱਕ ਬਿਮਾਰ ਜ਼ਿੰਦਗੀ ਲਈ ਨੁਸਖੇ। ਹੂੰ ਮੇਰੀ ਇੱਕ ਕਲਮ ਲਿਖਦੀ ਹੈ ਸੁਬਹ ਤੋਂ ਸ਼ਾਮ ਤੱਕ ਬਿਮਾਰ ਜ਼ਿੰਦਗੀ ਲਈ ਨੁਸਖੇ। ਕਿਸੇ ਲਈ ਸ਼ਫਾ ਬਣਦੀ ਹੈ, ਕਿਸੇ ਲਈ ਮੌਤ ਦਾ ਪੈਗਾਮ। ਇਹ ਹੂੰ ਕਹਿੰਦੀ ਹੈ ਜੇ ਤੂੰ ਸੱਚਮੁੱਚ ਦਾ ਸਾਹ ਲੈਂਦਾ ਧੜਕਦਾ ਇੱਕ ਵੀ ਜੀਵਨ ਬਚਾਉਂਦਾ ਏ, ਇਹ ਹੂੰ। ਚੰਗਾ ਹੈ ਕਈ ਸ਼ੇਰਾਂ ਕਿਤਾਬਾਂ ਤੋਂ। ਵਾਹ ਜੀ ਵਾਹ। ਵਾਹ ਇਹ ਕਹਿੰਦੀ ਹੈ ਜੇ ਤੂੰ ਸੱਚਮੁੱਚ ਦਾ ਸਾਹ ਲੈਂਦਾ ਧੜਕਦਾ ਇੱਕ ਵੀ ਜੀਵਨ ਬਚਾਉਂਦਾ ਏ, ਇਹ ਚੰਗਾ ਹੈ ਕਈ ਸ਼ੇਰਾਂ ਕਿਤਾਬਾਂ ਤੋਂ। ਕੀ ਜਾਣੇ ਇਹੋ ਇੱਕ ਜੀਵਨ ਤੇਰੇ ਤੋਂ ਵੀ ਚੰਗੇਰੇ ਗੀਤ ਸਿਰਜੇ। ਕੀ ਬਾਤ ਹੈ। ਕੀ ਜਾਣੇ ਇਹੋ ਇੱਕ ਜੀਵਨ ਤੇਰੇ ਤੋਂ ਵੀ ਚੰਗੇਰੇ ਗੀਤ ਸਿਰਜੇ। ਮੇਰੀ ਦੂਜੀ ਕਲਮ ਲਿਖਦੀ ਮੇਰੇ ਆਪਣੇ ਹੀ ਅੰਦਰ ਦੀ ਕਥਾ, ਜਿਹਦੇ ਵਿੱਚ ਬੜਾ ਕੁਝ ਆਲਾ ਦੁਆਲਾ ਰਲਿਆ ਹੁੰਦਾ ਹੈ। ਇਹ ਕਹਿੰਦੀ ਏ ਤੂੰ ਸ਼ਾਇਰ ਏ, ਤੂੰ ਛੱਡ ਬਾਕੀ ਖਲਾਰੇ, ਤੇਰੇ ਹੁਕਮ ਵਿੱਚ ਲਿਖਾਂਗੀ ਦਰਦ ਦੀ ਵਿਥਿਆ। ਇਹ ਕਹਿੰਦੀ ਏ ਤੂੰ ਸ਼ਾਇਰ ਏ, ਤੂੰ ਛੱਡ ਬਾਕੀ ਖਲਾਰੇ, ਮੈਂ ਤੇਰੇ ਹੁਕਮ ਵਿੱਚ ਲਿਖਾਂਗੀ ਦਰਦ ਦੀ ਵਿਥਿਆ। ਮੈਂ ਤੇਰੇ ਕਹਿਣ ਤੇ ਜੀਵਨ ਦਾ ਸੋਝ ਖੋਜ ਨੰਗਾ ਕਰਾਂਗੀ। ਤੂੰ ਯੁੱਗ ਪਲਟਣ ਲਈ ਮੈਨੂੰ ਵਰਤ, ਯੁੱਗ ਪਲਟਣ ਲਈ ਮੈਨੂੰ ਵਰਤ। ਸਿਰਫ ਗਿਣਤੀ ਲਈ ਜੀਵਨ ਬਚਾਉਣਾ ਕੀ ਬਚਾਉਣਾ ਹੈ, ਸਿਰਫ ਗਿਣਤੀ ਲਈ ਜੀਵਨ ਬਚਾਉਣਾ ਕੀ ਬਚਾਉਣਾ ਹੈ। ਜੀਣ ਲਈ ਜੀਣ ਜੋਗੀ ਜ਼ਿੰਦਗੀ ਦਾ ਸੁਪਨਾ ਸਿਰਜ, ਜੀਣ ਲਈ ਸਿਰਫ ਗਿਣਤੀ ਲਈ ਜੀਵਨ ਬਚਾਉਣਾ ਕੀ ਬਚਾਉਣਾ ਹੈ। ਜੀਣ ਲਈ ਜੀਣ ਜੋਗੀ ਜ਼ਿੰਦਗੀ ਦਾ ਸੁਪਨਾ ਸਿਰਜ, ਤੇਰੇ ਆਸ ਕਰਦੀ ਹਾਂ ਵਡੇਰੀ ਤੇ ਮੇਰਾ ਕਰਜ਼ ਵਾਪਸ ਕਰ। ਮੈਂ ਚੀਰਿਆ ਗਿਆ ਹਾਂ ਆਪਣੇ ਹੀ ਵੱਖ-ਵੱਖ ਹਿੱਸਿਆਂ ਵਿੱਚ, ਕਦੀ ਪਹਿਲਾ ਕਦੀ ਦੂਜਾ ਮੇਰੇ ਲਈ ਫੈਸਲਾ ਲੈਂਦਾ। ਮੈਂ ਵੰਡਿਆ ਹੋਇਆ ਵੀ ਸਾਬਤ ਸਬੂਤਾ ਨਜ਼ਰ ਆਉਂਦਾ ਹਾਂ, ਜਿਹੜਾ ਹਿੱਸਾ ਤੁਹਾਡੇ ਮੇਚ ਆਵੇ ਉਹਦਾ ਵਿਸਤਾਰ ਹਾਂ ਮੈਂ। ਵਾਹ ਜੀ। ਮੈਂ ਵੰਡਿਆ ਹੋਇਆ ਵੀ
ਸਾਬਤ ਸਬੂਤਾ ਨਜ਼ਰ ਆਉਂਦਾ ਹਾਂ, ਜਿਹੜਾ ਜੀ ਹਿੱਸਾ ਤੁਹਾਡੇ ਮੇਚ ਆਵੇ ਉਹਦਾ ਵਿਸਥਾਰ ਹਾਂ ਮੈਂ ਵੰਡਿਆ ਚੀਰਿਆ ਮਾਨਵ, ਮੰਡੀ ਵਿੱਚ ਆਪਣੇ ਅੰਦਰਲੇ ਵੱਖ-ਵੱਖ ਬੰਦਿਆਂ ਦਾ ਮੁੱਲ ਪਾਉਣ ਆਇਆ ਹਾਂ। ਮੈਂ ਵੰਡਿਆ ਚੀਰਿਆ ਮਾਨਵ ਦਾ ਮੁੱਲ ਪਾਉਣ ਆਇਆ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਵੈਸ਼ਨਤਾ ਨਾਲ ਜੁੜੀ ਬਹੁਤ ਮੈਂ ਸਰ ਮੇਰੇ ਨਾ ਜ਼ਿਹਨ 'ਚ ਇਹ ਸਵਾਲ ਆ ਰਿਹਾ ਸੀ ਕਿ ਜਿਵੇਂ ਅਸੀਂ ਜਿਹੜੇ ਦੌਰ 'ਚੋਂ ਅੱਜ ਅਸੀਂ ਗੁਜ਼ਰ ਰਹੇ ਹਾਂ ਤਾਂ ਹਰ ਪ੍ਰੋਫੈਸ਼ਨ ਤੇ ਕੁਐਸਚਨ ਮਾਰਕ ਲੱਗਦਾ ਹੈ। ਤਾਂ ਡਾਕਟਰੀ ਦੇ ਨੂੰ ਵੀ ਕਈ ਵਾਰ ਅਸੀਂ ਕਈ ਤਰੀਕਿਆਂ ਦੇ ਨਾਲ ਮੇਰੇ ਬਿਹਤਰ ਜਾਣਦੇ ਜੀ ਸਰ ਕਿ ਕਿਵੇਂ ਹੁਣ ਇਸ ਵਕਤ ਜਿਹੜਾ ਦੌਰ ਹੈ ਇੱਥੇ ਕਿਸ ਤਰ੍ਹਾਂ ਦੀ ਜਿਹੜੀ ਹੈ ਉਹ ਕਹਿ ਲਓ ਖਲਜਗਣ ਹੈ ਇੱਕ, ਔਰ ਉਸ ਖਲਜਗਣ ਦੇ ਵਿੱਚ ਕਿਸ ਤਰ੍ਹਾਂ ਅਸੀਂ ਗਵਾਚੇ ਹੋਏ ਹਾਂ ਔਰ ਹਰ ਪ੍ਰੋਫੈਸ਼ਨ ਜਿਹੜਾ ਉਹਦੀ ਭੇਂਟ ਚੜ੍ਹਦਾ ਜਾ ਰਿਹਾ। ਸੋ ਮੇਰੇ ਮਨ 'ਚ ਨਾ ਇਹ ਸਵਾਲ ਆ ਹੀ ਰਿਹਾ ਸੀ ਕਿ ਬਤੌਰ ਡਾਕਟਰ ਜਿਹੜਾ ਹੈ ਤੁਸੀਂ ਕੀ ਸੋਚਦੇ ਜੇ? ਤੁਸੀਂ ਇਹਦਾ ਭਰਵਾਂ ਜਵਾਬ ਜਿਹੜਾ ਹੈ ਉਹ ਦੇ ਦਿੱਤਾ ਹੈ ਕਿ ਇੱਕ ਜਿਹੜਾ ਸੰਵੇਦਨਸ਼ੀਲ ਵਿਅਕਤੀ ਹੈ, ਜਿਹੜਾ ਸ਼ਾਇਰ ਹੈ, ਉਹ ਆਪਣੇ ਪ੍ਰੋਫੈਸ਼ਨ ਦੇ ਨਾਲ ਕਿੰਨੀ ਕਮਿਟਮੈਂਟ ਦੇ ਨਾਲ, ਕਿੰਨੇ ਸਮਰਪਣ ਦੇ ਨਾਲ ਜੁੜਿਆ ਹੋਇਆ ਹੈ ਤੇ ਉਹ ਡਾਕਟਰ ਰਵਿੰਦਰ ਹੈ ਜੀ। ਸੋ ਸਰ ਤੁਹਾਡੇ ਜਿਵੇਂ ਪੁਸਤਕਾਂ ਦੀ ਜਿਹੜੀ ਗਿਣਤੀ ਹੈ ਬਹੁਤ ਲੰਬੀ ਹੈ, ਇਸੇ ਤਰੀਕੇ ਨਾਲ ਤੁਹਾਡੇ ਮਾਣ ਸਨਮਾਨਾਂ ਦੀ ਗਿਣਤੀ ਬਹੁਤ ਲੰਬੀ ਹੈ, ਭਾਵੇਂ ਤੁਹਾਡੇ ਪਾਠਕ ਵੀ ਬਹੁਤ ਨੇ। ਤੁਹਾਡੇ ਤੇ ਤੁਹਾਡੀਆਂ ਕਿਤਾਬਾਂ ਤੇ ਤੁਹਾਡੀਆਂ ਪੁਸਤਕਾਂ ਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ PhD ਪੱਧਰ ਦਾ, MPhil ਦੇ ਪੱਧਰ ਦਾ ਵੀ ਕੰਮ ਹੋ ਰਿਹਾ ਹੈ। ਸੋ ਡਾਕਟਰ ਰਵਿੰਦਰ ਨੂੰ ਜਦੋਂ ਫੋਨ ਆਉਂਦੇ ਨੇ, ਜਦੋਂ ਲੋਕ ਗੱਲਾਂ ਕਰਦੇ ਨੇ, ਜਦੋਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਦੇ ਨੇ, ਜਾਂ ਜਦੋਂ ਡਾਕਟਰ ਰਵਿੰਦਰ ਨੂੰ ਪੁੱਛਦੇ ਨੇ ਕਿ ਸਰ ਤੁਹਾਡੇ ਇਸ ਪੁਸਤਕ ਤੇ ਅਸੀਂ ਕੰਮ ਕਰ ਰਹੇ ਹਾਂ, ਅਸੀਂ ਤੁਹਾਨੂੰ ਸਨਮਾਨਿਤ ਕਰਨਾ ਚਾਹੁੰਦੇ, ਤਾਂ ਕੀ ਮਹਿਸੂਸ ਕਰਦੇ? ਤੁਹਾਨੂੰ ਲੱਗਦਾ ਹੈ ਕਿ ਸਰ ਜੋ ਤੁਸੀਂ ਅੱਜ ਤੱਕ ਲਿਖਿਆ ਹੈ ਸੱਚੀ ਮੁੱਚੀ ਉਹਦਾ ਜਿਹੜਾ ਮੁੱਲ ਹੈ ਉਹ ਪੈ ਰਿਹਾ ਹੈ, ਜਾਂ ਸੱਚੀ ਮੁੱਚੀ ਜੋ ਮੈਂ ਸਮਾਜ ਨੂੰ ਦੇਣਾ ਚਾਹੁੰਦਾ ਸੀ ਉਹ ਮੇਰੀਆਂ ਪੁਸਤਕਾਂ ਦੇ ਰਾਹੀਂ, ਮੇਰੀਆਂ ਲਿਖਤਾਂ ਦੇ ਰਾਹੀਂ ਲੋਕ ਜਿਹੜਾ ਨੇ ਉਹ ਲੈ ਰਹੇ ਨੇ? ਇਹਦੇ ਬਾਰੇ ਸਰ ਤੁਹਾਡੇ ਵਿਚਾਰ। ਹਾਂਜੀ, ਮੈਂ ਉਹ ਤੁਹਾਡੀ ਵਾਲੀ ਗੱਲ ਨੂੰ ਕਰਨਾ ਚਾਹੁੰਦਾ ਸੀ। ਉਹ ਇਹ ਹੈ ਕਿ ਮੈਨੂੰ ਲੱਗਦਾ ਕਿ ਜਿਹੜਾ ਇੱਕ ਪਾਠਕ ਜਾਂ ਇੱਕ ਪੜ੍ਹਨ ਵਾਲਾ ਜਾਂ ਇੱਕ ਵਿਦਿਆਰਥੀ ਜਦੋਂ ਤੁਹਾਨੂੰ ਤੁਹਾਡੀ ਕਵਿਤਾ ਤੇ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਦੇ ਬਾਰੇ ਜਾਣੇ, ਉਹਨੂੰ ਪੜ੍ਹੇ, ਤੇ ਤੁਹਾਨੂੰ ਸਾਰਾ ਉਹਦੇ ਵਿੱਚ ਹੀ ਇਨਾਮ ਜਿਹੜਾ ਉਹ ਆ ਜਾਂਦਾ। ਬਾਕੀ ਜਿਹੜਾ ਚਿਰ ਸਥਾਈ ਕੁਛ ਨਹੀਂ, ਇਹ ਸਾਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਮਤਲਬ ਅਸੀਂ ਕੋਈ 4 ਕਿਤਾਬਾਂ ਛਪਾ ਕੇ ਕੋਈ ਅਮਰ ਹੋ ਜਾਵਾਂਗੇ, ਜਾਂ ਸਦੀਆਂ ਤੱਕ ਕੋਈ ਰਹਿਣ ਦਾ ਭੁਲੇਖਾ ਵੀ ਨਹੀਂ ਕਦੀ ਕਿਸੇ ਸ਼ਾਇਰ ਨੂੰ ਹੋਣਾ ਚਾਹੀਦਾ ਕਿ ਨਾ ਹੀ ਹੈ। ਸਾਡੇ ਤੋਂ ਪਹਿਲਾਂ ਬਹੁਤ ਵੱਡੇ ਹੋ ਚੁੱਕੇ, ਸਾਡੇ ਤੋਂ ਬਾਅਦ ਵੀ ਆਉਣਗੇ। ਆਪੋ ਆਪਣੇ ਦਰਦ ਨੂੰ, ਆਪਣੇ ਵੇਖਣੇ ਹੋਏ ਜਿਹੜੇ ਹੈਗੇ ਆ ਤਜਰਬੇ ਆ, ਹਵਾਦਿਸ ਆ, ਹਾਦਸੇ ਆ, ਉਹਨਾਂ ਨੂੰ ਹੀ ਬਿਆਨ ਸ਼ਾਇਰ ਕਰਦਾ ਆਪਣੇ ਢੰਗ ਨਾਲ। ਤੇ ਇਹਦੇ ਵਿੱਚ ਇਹ ਵੀ ਨਹੀਂ ਹੈਗਾ ਕਿ ਕੋਈ ਬੰਦਾ ਜੇ ਬਹੁਤ ਕੋਈ ਮਸ਼ਹੂਰ ਜਾਂ ਬਹੁਤ ਇਨਾਮ ਯਾਫਤਾ ਬੰਦੇ ਹੋਏ ਆ, ਉਹ ਬੰਦੇ ਵੇਖ ਕੇ ਤੇ ਬੰਦਾ ਕਹੇ ਕਿ ਨਹੀਂ ਮੈਨੂੰ ਹੁਣ ਕੀ ਮੈਂ ਲਿਖ ਆਪਣਾ ਅਹਿਸਾਸ ਕਮਤਰੀ ਵੀ ਨਹੀਂ ਹੋਣਾ ਚਾਹੀਦਾ, ਇਨਫੀਰੀਅਰਿਟੀ ਕੰਪਲੈਕਸ ਵੀ ਨਹੀਂ, ਤੇ ਜੇ ਤੁਹਾਨੂੰ ਕੁਝ ਮਿਲਦਾ ਉਹ ਵੀ ਨਹੀਂ ਹੋਣਾ ਚਾਹੀਦਾ। ਬਾਕੀ ਮੈਂ ਤੁਹਾਡੀ ਗੱਲ ਉਸੇ ਤੇ ਮੁੜ ਕੇ ਆਉਣਾ ਕਿ ਅਸਲੀ ਇਨਾਮ ਜਿਹੜਾ ਵਾ ਨਾ, ਉਹ ਕਵਿਤਾ ਇੱਕ ਬੰਦੇ ਤੱਕ ਵੀ ਜੇ ਪਹੁੰਚ ਜਾਵੇ ਤੇ ਉਹ ਬੰਦਾ ਸ਼ਾਇਰ ਸਮਝਦਾ ਕਿ ਮੇਰਾ ਮਕਸਦ ਪੂਰਾ ਹੋ ਗਿਆ। ਹੁਣ ਜਿਹੜੇ ਇਨਾਮ ਸਨਮਾਨ ਅੱਜ ਕੱਲ ਆਪਾਂ ਦੇਖਦੇ ਆ ਕਿ ਮਿਲਦੇ ਆ, ਉਹ ਕਿਵੇਂ ਮਿਲਦੇ ਆ ਉਹਦੇ ਵਿਸਥਾਰ ਤੇ ਜਾਣ ਦੀ ਵੀ ਨਹੀਂ ਲੋੜ। ਉਹ ਮਤਲਬ ਦੂਸਰਾ ਉਹ ਇੱਕ ਦੂਜੀ ਮਤਲਬ ਉਹ ਇੱਕ ਵੱਖਰਾ ਸਿਲਸਿਲਾ, ਉਹ ਕਿਸੇ ਨੂੰ ਵੱਡਾ ਨਹੀਂ ਕਰਦੇ, ਕਿਸੇ ਨੂੰ ਉਹ ਖੰਭ ਨਹੀਂ ਲਾ ਦਿੰਦੇ। ਉਹਦੀ ਜੇ ਤੁਹਾਨੂੰ ਆਪਣੇ ਆਪ ਤੁਹਾਡੀ ਕਿਸੇ ਰਚਨਾ ਨੂੰ, ਤੁਹਾਡੀ ਘਾਲਣਾ ਨੂੰ ਰੈਕਗਨਾਈਜ਼ ਹੋ ਕੇ ਉਹਦਾ ਉਹ ਸਨਮਾਨਿਤ ਕੀਤਾ ਜਾਂਦਾ ਤੇ ਤੁਹਾਨੂੰ ਖੁਸ਼ੀ ਹੁੰਦੀ ਹੈ। ਜੇ ਤੁਸੀਂ ਆਪ ਕੋਈ ਜੋੜ ਤੋੜ ਕਰਕੇ ਕੋਈ ਗਲਤ ਸਾਧਨਾ ਨਾਲ ਲਿਆ ਤੇ ਜੋ ਜਿੰਨਾ ਮਰਜ਼ੀ ਤੁਹਾਨੂੰ ਲੋਕੀ ਜੋ ਮਰਜ਼ੀ ਕਹੀ ਜਾਣ, ਪਰ ਜਦੋਂ ਤੁਸੀਂ ਸ਼ੀਸ਼ੇ ਸਾਹਮਣੇ ਖੜੇ ਹੋਵੋਗੇ ਤੇ ਤੁਹਾਡਾ ਚਿਹਰਾ ਤੁਹਾਨੂੰ ਲਾਂਭਾ ਪਾਏਗਾ ਵੀ ਤੈਨੂੰ ਤੇ ਪਤਾ ਨਾ ਵੀ ਤੂੰ ਕਿੱਦਾਂ ਲਿਆ, ਤੇ ਫਿਰ ਉਹ ਜੇ ਤੁਹਾਨੂੰ ਆਪ ਹੀ ਉਹਨੇ ਨੈਗੇਟਿਵ ਚੀਜ਼ ਦੇਣੀ ਆ ਤੇ ਉਹ ਮੈਂ ਜ਼ਿੰਦਗੀ ਤੱਕ ਅੱਗੋਂ ਤਾਂ ਨਹੀਂ ਕਹਿ ਸਕਦੇ, ਹੁਣ ਤੱਕ ਇਹੋ ਜਿਹਾ ਕਦੀ ਜੋੜ ਤੋੜ ਕਰਕੇ ਕੁਝ ਨਹੀਂ ਪ੍ਰਾਪਤ ਏਦਾਂ ਕੀਤਾ। ਜੋ ਵੀ ਹੋਇਆ ਸਹਿਜ ਅਵਸਥਾ ਜੋ ਚੰਗਾ ਵਾ, ਉਹ ਬੜਾ ਅੱਛਾ ਲੱਗਦਾ, ਪਰ ਉਹ ਕਰਕੇ ਉਹ ਜੀ ਠੀਕ ਹੈ। ਹਾਂ, ਆਪਣੇ ਆਪ ਨੂੰ ਵੇਖੋ, ਜਿਵੇਂ ਆਪਣੀ ਕਵਿਤਾ ਨੂੰ ਤੁਸੀਂ ਯਾਦ ਵੀ ਕਰਨਾ ਚਾਹੀਦਾ ਵਾ, ਪਰ ਉਹਨੂੰ ਜੇ ਘਰ ਹੀ ਆਪਾਂ ਕੁਝ ਵੀ ਨਾ ਭੇਜਾਂਗੇ, ਛਪਣ ਲਈ ਵੀ ਨਾ ਭੇਜਾਂਗੇ, ਉਹ ਵੀ ਗੱਲ ਠੀਕ ਨਹੀਂ, ਕੋਈ ਲੋਕਾਂ ਨੂੰ ਪਤਾ ਤਾਂ ਲੱਗੇ। ਅੱਗੋਂ ਮੁੱਲ ਪਾਉਣਾ ਉਹ ਉਹਨਾਂ ਦੀ ਗੱਲ ਆ, ਤੇ ਮੁੱਲ ਕਾਹਦਾ ਪੈਣਾ? ਮੁੱਲ ਇਹੋ ਹੀ ਆ ਜੋ ਤੁਸੀਂ ਪਾ ਰਹੇ ਹੋ ਇਸ ਵੇਲੇ।
ਜੀ ਜੀ ਬਿਲਕੁਲ 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 ਡਾਕਟਰ ਸਾਹਿਬ ਸੱਚੀ ਮੁੱਚੀ ਤੁਹਾਨੂੰ ਵੱਡੇ ਸਨਮਾਨ ਮਿਲੇ ਹੋਏ ਨੇ, ਭਾਵੇਂ ਉਹ ਭਾਸ਼ਾ ਵਿਭਾਗ ਦੀ ਗੱਲ ਕਰੀਏ, ਭਾਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੱਲ ਕਰੀਏ, ਭਾਵੇਂ ਹੋਰ ਸਾਰੀਆਂ ਸੰਸਥਾਵਾਂ ਦੀ ਗੱਲ ਕਰੀਏ, ਕਿਉਂਕਿ ਡਾਕਟਰ ਰਵਿੰਦਰ ਮੁਥਾਜ ਨਹੀਂ ਗੇ ਕਿਸੇ ਦੇ ਇਨਾਮਾਂ ਸਨਮਾਨਾਂ ਦੇ, ਪਰੰਤੂ ਡਾਕਟਰ ਰਵਿੰਦਰ ਦੀ ਸ਼ਾਇਰੀ ਜਿਹੜੀ ਹੈ ਉਹਨੇ ਜ਼ਰੂਰ ਸਭ ਦੀ ਮੁਹੱਬਤ ਕਬੂਲੀ ਹੈ। ਉਸ ਸ਼ਾਇਰੀ ਨੇ ਡਾਕਟਰ ਰਵਿੰਦਰ ਨੂੰ ਸਾਰਿਆਂ ਦੇ ਚਹੇਤੇ ਬਣਾਇਆ ਹੈ, ਸਾਰਿਆਂ ਦੇ ਅਜੀਜ਼ ਬਣਾਇਆ ਹੈ। ਸੋ ਡਾਕਟਰ ਸਾਹਿਬ ਤੁਸੀਂ ਬਹੁਤ ਸਾਰੀਆਂ ਕਾਨਫਰੰਸਿਸ ਵੀ ਅਟੈਂਡ ਕੀਤੀਆਂ, ਵਿਦੇਸ਼ਾਂ ਦੇ ਵਿੱਚ ਵੀ, ਪਾਕਿਸਤਾਨ ਵਿੱਚ ਵੀ ਤੁਸੀਂ ਗਏ ਹੋਏ ਜੇ, ਔਰ ਤੁਸੀਂ ਘੁੰਮਦੇ ਰਹਿੰਦੇ ਜੇ, ਦੁਨੀਆ ਘੁੰਮੀ ਹੈ ਤੁਸੀਂ ਸਾਰੀ। ਸੋ ਅੱਜ ਜੋ ਕਵਿਤਾ ਲਿਖੀ ਜਾ ਰਹੀ ਹੈ ਜਾਂ ਜਿਸ ਤਰ੍ਹਾਂ ਦੇ ਸੁਨੇਹੇ ਕਵਿਤਾ ਦੇ ਰਾਹੀਂ ਦਿੱਤੇ ਜਾ ਰਹੇ ਨੇ, ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋ? ਵੈਸੇ ਮੈਂ ਸਮਝਦਾ ਕਿ ਕਵਿਤਾ ਜਿਹੜੀ ਹੈ ਅੱਜ ਵੀ ਬਹੁਤ ਖੂਬਸੂਰਤ ਲਿਖੀ ਜਾ ਰਹੀ ਹੈ। ਨਵੀਂ ਪੀੜ੍ਹੀ ਜਿਹੜੀ ਹੈ ਉਹ ਬੜੇ ਵੱਖਰੇ ਅੰਦਾਜ਼ 'ਚ ਬਹੁਤ ਅੱਛੇ, ਕਿਉਂਕਿ ਕਵਿਤਾ ਦਾ ਕੋਈ ਇਦਾਂ ਦਾ ਯੋਗਤਾ ਨਹੀਂ ਹੁੰਦਾ ਕਿ ਉਹ ਉਮਰ ਦੇ ਨਾਲ ਇਦਾਂ ਦਾ ਸੰਬੰਧ ਹੋਵੇ, ਪਰ ਜਿਹੜੇ ਨਵੇਂ ਲੜਕੇ ਲੜਕੀਆਂ ਪੰਜਾਬੀ ਦੇ ਸ਼ਾਇਰੀ ਕਰ ਰਹੇ ਆ, ਬਹੁਤ ਵਧੀਆ ਕਰ ਰਹੇ ਆ, ਔਰ ਉਹਨਾਂ ਦੀ ਪੱਧਰ ਦੀ ਉਹ ਕਵਿਤਾ ਲਿਖ ਰਹੇ ਆ। ਸਿਰਫ ਸਾਡੀ ਜਿਹੜੀ ਭਾਸ਼ਾ ਦੀ ਥੋੜੀ ਬਹੁਤ ਜੇ ਕਮਜ਼ੋਰੀ ਇਹ ਆ ਕਿ ਸਾਡਾ ਅਨੁਵਾਦ ਸਾਨੂੰ ਚੰਗੇ ਅਨੁਵਾਦਕ ਨਹੀਂ ਮਿਲੇ ਔਰ ਸਰਕਾਰੀ ਸਰਪ੍ਰਸਤੀ ਨਹੀਂ ਮਿਲੀ ਤਾਂ ਕਿ ਜਿਹੜੀ ਭਾਸ਼ਾ ਦੇ ਵਿੱਚ ਅਨੁਵਾਦ ਹੋ ਕੇ ਦੁਨੀਆ ਭਰ ਦੇ ਵਿੱਚ ਜਾ ਸਕੇ। ਬਾਕੀ ਸ਼ਾਇਰੀ ਹੁਣ ਅੱਜ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ ਬੜੇ ਸਟਲ ਢੰਗ ਨਾਲ, ਬਹੁਤ ਸੂਖਮ ਢੰਗ ਨਾਲ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਔਰ ਇਹਦੇ ਵਿੱਚ ਜਿਹੜੀ ਇਸਤਰੀ ਲੇਖਕਾਵਾਂ ਸਾਡੀਆਂ ਛੋਟੀਆਂ ਬੱਚੀਆਂ ਜਿਹੜੀਆਂ ਲਿਖ ਰਹੀਆਂ ਨਵੀਆਂ ਕੁੜੀਆਂ, ਉਹ ਬਹੁਤ ਬੋਲਡ ਢੰਗ ਨਾਲ ਆਪਣੇ ਪਰਦੇ ਚੋਂ ਬਾਹਰ ਆ ਕੇ ਔਰ ਉਹ ਆਪਣੀ ਉਸ ਸਮੇਂ ਖਾਸ ਇੱਕ ਨਵਾਂ ਬਦਲਾਵ ਆ ਕਿ ਪਹਿਲੇ ਜਿਹੜੀ ਲੇਖਕਾ ਸੀ, ਯਾਨੀ ਜੇ ਆਪਾਂ ਅੰਮ੍ਰਿਤਾ ਪ੍ਰੀਤਮ ਪ੍ਰਭ ਉਸ ਦੌਰ ਦੀ ਗੱਲ ਕਰੀਏ, ਪ੍ਰੇਮਣ ਤੋਂ ਲੈ ਕੇ, ਉਹ ਇੱਕ ਟੈਬੂ ਹੁੰਦਾ ਸੀਗਾ ਕਿ ਕੁੜੀਆਂ ਲਿਖਦੀਆਂ ਇਹਦਾ ਪਤਾ ਨਹੀਂ ਕੀ ਕੋਈ ਗਲਤ ਗੱਲ ਹੋਏਗੀ, ਕੋਈ ਸਮਝੇ ਨਾ ਇੱਕ ਬਦੋ ਬਦ ਇੱਕ ਲੇਬਲ ਜਿਹਾ ਲਾਉਣ ਦੀ ਗੱਲ ਨਾਰੀਵਾਦ ਨਾਲ ਜੋੜ ਦਿੰਦੇ ਸੀ ਜਾਂ ਅਸੀਂ ਉਹਨਾਂ ਨੂੰ। ਉਹਦੇ ਕਰ ਉਹਦੇ ਚ ਇੰਨਾ ਜ਼ਿਆਦਾ ਹੁਣ ਬਦਲਾਅ ਆ ਚੁੱਕਾ ਕਿ ਹੁਣ ਜਿਹੜੀ ਕੁੜੀਆਂ ਨੇ ਉਹ ਇੱਕ ਪਰਸਨ ਦੇ ਤੌਰ ਤੇ, ਇੱਕ ਸ਼ਖਸੀਅਤ ਦੇ ਤੌਰ ਤੇ ਉੱਭਰੀਆਂ ਨੇ। ਉਹ ਸ਼ਖਸੀਅਤ ਦੇ ਤੌਰ ਤੇ ਹੁਣ ਸਾਡੇ ਕੋਲ ਕਈ ਇਹੋ ਜਿਹੇ ਲੇਖਕਾਵਾਂ ਨੇ ਜਿਹੜੀਆਂ ਸਮਾਜ ਸਰਬਜੀਤ ਕੌਰ ਜੱਸ ਆ, ਉਹ ਲਿਖਦੇ ਨੇ। ਉਹਨਾਂ ਨੇ ਮਤਲਬ ਬੜੀ ਖੂਬਸੂਰਤ ਢੰਗ ਨਾਲ ਆਪਣੀ ਸਮਾਜਿਕ ਗੱਲਾਂ ਬਾਰੇ ਕਰ, ਹੋਰ ਨਵੀਆਂ ਕਈ ਹੈਗੀਆਂ ਨੇ ਕਿ ਉਹ ਲਿਖਦੀਆਂ। ਕੁੜੀਆਂ ਨੇ ਖਾਸ ਤੌਰ ਤੇ ਇਸ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਅੰਦਰਲੀਆਂ ਭਾਵਨਾਵਾਂ ਨੂੰ ਬਿਨਾਂ ਕਿਸੇ ਡਰ ਤੋਂ, ਇੱਥੋਂ ਤੱਕ ਕਿ ਆਪਣੇ ਵਿਆਹਤਾ ਜੀਵਨ ਨੂੰ ਵੀ ਕਹਿ ਲਓ ਥੋੜਾ ਜਿਹਾ ਰਿਸਕ ਚ ਪਾ ਕੇ ਕਹਿ ਲਓ ਜਾਂ ਐਕਸਪਲੇਨੇਸ਼ਨ ਦੇ ਉਸ ਦੌਰ ਦੇ ਵਿੱਚੋਂ ਉਹਨਾਂ ਨੇ ਉਹ ਲਈ ਲਿਖਿਆ। ਇਹ ਨਹੀਂ ਕਿ ਪੁਰਾਣੀਆਂ ਕੁੜੀਆਂ ਜਿੱਦਾਂ ਵਿਆਹ ਕੇ ਤੇ ਫਿਰ ਉਹ ਗੱਲ ਵੀ ਟਿੱਕੇ ਜਾ ਕੇ ਸੱਸ ਦੀਆਂ ਉਹ ਜਿਹੜੀਆਂ ਬਿਲਕੁਲ ਜੀ ਬਿਲਕੁਲ ਉਹਨਾਂ ਤੋਂ ਬਿਲਕੁਲ ਸੱਸ ਦੇ ਮੇਰੇ ਤੇ ਉਹ ਲੋਕ ਗੀਤਾਂ ਰਾਹੀਂ ਆਪਣੇ ਦਿਲ ਦਾ ਪ੍ਰਗਟਾਵਾ ਕਰਦੀਆਂ ਸੀ, ਨੱਚ ਕੇ ਗੀਤਾਂ ਦੇ ਵਿੱਚ। ਹੁਣ ਉਹਨਾਂ ਨੇ ਬੜੇ ਸੂਖਮ ਢੰਗ ਨਾਲ ਕਰਨਾ ਸ਼ੁਰੂ ਕੀਤਾ, ਨਵੇਂ ਵਿਸ਼ਿਆਂ ਨੂੰ ਲੈ ਕੇ ਜਿਹੜੀ ਆ ਉਹ ਸਾਹਿਤ ਹਰ ਵਿਸ਼ੇ ਦੇ ਉੱਤੇ ਉਹਨਾਂ ਨੇ ਬੜੀ ਕਾਮਯਾਬੀ ਨਾਲ ਡਾਕਟਰ ਸਾਹਿਬ ਗੱਲਾਂ ਤੇ ਇੰਨੀਆਂ ਨੇ ਕਿ ਜੀ ਕਰਦਾ ਕਿ ਤੁਸੀਂ ਕਰੀ ਜਾਓ ਤੇ ਅਸੀਂ ਸੁਣੀ ਜਾਈਏ, ਤੇ ਸਵਾਲ ਇੰਨੇ ਨੇ ਕਿ ਜੀ ਕਰਦਾ ਹੈ ਕਿ ਹੋਰ ਨਵੀਂ ਤੇ ਨਵੀਂ ਗੱਲ ਜਿਹੜੀ ਹੈ ਤੁਹਾਡੇ ਅੰਦਰੋਂ ਲੈ ਕੇ ਆਈਏ। ਪਰ ਵਕਤ ਜਿਹੜਾ ਹੈ ਉਹਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ, ਸਾਡੇ ਕੋਲ ਸਮਾਂ ਲਗਭਗ ਖਤਮ ਹੋਣ ਵਾਲਾ ਹੈ। ਛੋਟੇ ਛੋਟੇ ਸਵਾਲ ਕਿ ਡਾਕਟਰ ਸਾਹਿਬ ਕੋਈ ਜ਼ਿੰਦਗੀ ਦੀ ਬਹੁਤ ਖੂਬਸੂਰਤ ਘਟਨਾ ਜਿਹੜੀ ਤੁਹਾਨੂੰ ਕਦੇ ਨਹੀਂ ਭੁੱਲਦੀ, ਕੋਈ ਸੰਖੇਪ ਦੇ ਵਿੱਚ ਸਰ ਕੋਈ ਘਟਨਾ ਜਿਹੜੀ ਤੁਹਾਡੇ ਅੰਦਰ ਜਿਹਦੇ ਨਾਲ ਖੁਸ਼ੀ ਆ ਜਾਂਦੀ ਹੈ, ਚਾਹ ਆ ਜਾਂਦਾ ਹੈ, ਉਹ ਘਟਨਾ? ਉਹ ਮੇਰੀ ਨਾ ਦੋਸਤੀ ਦੇ ਨਾਲ ਹੀ ਸੰਬੰਧਿਤ ਆਪਣੇ ਹੈਗੀਆਂ ਨੇ ਕਾਫੀ। ਤੇ ਜਾਨੀ ਜਿਸ ਤਰ੍ਹਾਂ ਮਤਲਬ ਕਿ ਪਹਿਲੀ ਵਾਰੀ ਤੁਹਾਨੂੰ ਕੋਈ ਕਿਤੇ ਕਾਲਜ ਐਡਮਿਸ਼ਨ ਮਿਲੀ ਹੋਏ, ਕੋਈ ਇਨਾਮ ਪੜ੍ਹਾਈ ਲਿਖਾਈ ਦਾ ਮਿਲਿਆ ਹੋਵੇ ਤੁਹਾਨੂੰ, ਤੁਹਾਡੀ ਮਾਂ ਨੇ ਕੀਤਾ ਹੋਵੇ। ਇਸ ਤਰ੍ਹਾਂ ਮੈਂ ਘਰ ਆਪਣੀ ਬੱਚੀ ਨਾਲ ਜਦੋਂ ਕੋਈ ਨਵੀਂ ਕੋਈ ਗੱਲ ਚੀਜ਼ ਕਰਦਾ ਵਾਂ ਤੇ ਉਹ ਮੈਨੂੰ ਏਦਾਂ ਯਾਦ ਰਹਿੰਦੀਆਂ। ਬੜੀਆਂ ਘਟਨਾਵਾਂ ਨੇ ਕੋਈ, ਪਰ ਜ਼ਿੰਦਗੀ ਨੇ ਬਹੁਤ ਕੁਝ ਦਿੱਤਾ। ਆਪਾਂ ਇਸ ਕਾਬਿਲ ਨਹੀਂ ਸੀ, ਪਰ ਜ਼ਿੰਦਗੀ ਨੇ ਕੁਝ ਦਿੱਤਾ। ਕੁਝ ਏਦਾਂ ਹੀ ਉਦਾਸ ਕਰਨ ਵਾਲੀਆਂ ਵੀ ਘਟਨਾਵਾਂ ਜ਼ਿੰਦਗੀ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ। ਜੀ ਸਰ ਬਹੁਤ ਖੂਬ ਸਰ।
ਔਰ ਸਰ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਜਿਵੇਂ ਡਾਕਟਰੀ ਦੇ ਨਾਲ ਵੀ ਜੁੜੇ ਹੋਏ ਜੇ, ਉਸ ਤੋਂ ਬਾਅਦ ਤੁਸੀਂ ਸ਼ਾਇਰੀ ਕਰ ਲੈਂਦੇ ਜੇ। ਆਮ ਤੌਰ ਤੇ ਕਈ ਵਾਰ ਸਾਨੂੰ ਗਿਲਾ ਹੋ ਜਾਂਦਾ ਹੈ ਕਿ ਇਸ ਵਕਤ ਸਾਡੇ ਕੋਲ ਬੱਚਿਆਂ ਕੋਲ ਵਕਤ ਨਹੀਂ, ਸਾਡੇ ਕੋਲ ਵਕਤ ਨਹੀਂ, परंतु डॉक्टर रविंदर ऐसी शख्सियत ने, ऐसे व्यक्तित्व ने जिन्हों ने अपने आप को बिजी किया होया है, जिन्होंने अपने आप को साहित्य दे नाल जोड़िया होया है। सर कविता तो बिना सर होर भी मैं वेख रही सी तुसी अनुवाद दे नाल भी जुड़े हुए जे, नाटक भी लिखा है तुसी। तो सर ये दसो कि तुसी अजकल की कर रहे जी, हुण तुहाडा की चल रहा है, की लिख रहे जी तुसी? मैं फिलहाल ते नाल नवीं कवितावां भी लिखियां, एक मेरी किताब जिहड़ी है जी सर। जल्दी ही भी प्रकाशित होएगी, ते दूसरा मैं जी सोच रहा कोई काव नाटक कोई अच्छा कोशिश करा। बाकी ठीक थोड़ा पढ़न लिखण च भी नाल चली जा रहा। इत्थे बटाले साडा एक शिव कुमार बटालवी कला ते सभ्याचार केंद्र है, वो जी कोविड जी करके थोड़ा बहुता पिछे चला गया। ਅਸੀਂ जी शिव कुमार ਦੀ ਯਾਦ ਦੇ ਵਿੱਚ ਉੱਥੇ ਫੰਕਸ਼ਨ ਕਰਾਉਣੇ। ਇੱਕ जी ਸਾਡਾ ਜਲਦੀ ਵਿਚਾਰ ਆ, ਉਹਦੇ ਨਾਲ ਵੀ ਮੈਂ ਜੁੜਿਆ। ਬਟਾਲੇ ਦੇ ਤੁਸੀਂ ਆਉਂਦੇ ਰਹੇ ਦੇਖਿਆ, जी जी ਉੱਥੇ जी सर। ਅਸੀਂ ਇੱਕ ਰਾਸ਼ਟਰੀ ਪੱਧਰ ਦਾ ਕਵੀ ਦਰਬਾਰ ਕਰਾਵਾਂਗੇ, जी ਨਾਲ सर। ਨਾਟਕ ਵੀ ਕਰਾਵਾਂਗੇ। ਹੁਣ जी सर। ਸ਼ਾਇਦ ਜੇ ਮਾਹੌਲ ਠੀਕ ਰਿਹਾ ਉਹਦੇ जी ਵਿੱਚ सर। ਵੀ ਮੈਂ ਆਪਣਾ ਥੋੜਾ ਟਾਈਮ ਜ਼ਰੂਰ ਦਿੰਨਾ ਸੀ। ਬਟਾਲੇ ਦੇ जी ਬਾਹਰੋਂ ਵੀ सर। ਸਾਰੇ ਮੇਰੇ ਪੁਰਾਣੇ ਦੋਸਤ ਜਿਹੜੇ ਸਾਹਿਤਕਾਰ ਨੇ, जी ਉਹ सर। ਉਹਨਾਂ ਦੇ ਸਹਿਯੋਗ ਨਾਲ ਅਸੀਂ ਕਰਦੇ ਰਹੇ। जी सर। ਉਹਦੇ सर ਨਾਲ ਮੈਂ जान ਥੋੜਾ जी सर जी ਜਾਂਦੇ ਜਾਂਦੇ ਸਰ ਕੋਈ ਦਿਲ ਦੀ ਗੱਲ, ਕੋਈ ਸੁਨੇਹਾ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ? ਮੈਂ ਬਸ ਪਾਠਕਾਂ ਨੂੰ ਇਹੀ ਸਰੋਤਿਆਂ ਨੂੰ ਕਰਦਾ ਤੇ ਗੱਲ ਕਰਨੀ ਚਾਹੁੰਦਾ, ਜਿੱਥੋਂ ਤੱਕ ਸਾਹਿਤ ਦੀ ਗੱਲ ਆ, जी ਕਲਾ सर। ਦੀ ਗੱਲ ਆ, ਇਹਦੇ ਲਈ ਤੁਸੀਂ ਵੀ ਥੋੜਾ ਜਿਹਾ 2-4 ਕਦਮ ਜ਼ਰੂਰ ਪੁੱਟੋ, जी ਉਹਨੂੰ सर। ਸਮਝਣ ਦੀ ਕੋਸ਼ਿਸ਼ ਕਰੋ। ਉਹ ਲਾਈਨਾਂ ਦੇ ਵਿਚਕਾਰ ਜੋ ਖਾਲੀ ਥਾਂ ਆ ਉਹਦੇ ਵਿੱਚ ਇੱਕ ਕੀ ਕਹਿ ਰਿਹਾ ਉਹ जी सर। ਦੇਖੋ। ਜ਼ਿੰਦਗੀ ਹੋਰ ਤੁਹਾਨੂੰ ਖੂਬ ਲੱਗੇਗੀ। ਸਿਰਫ ਬਣਿਆ ਬਣਾਇਆ ਜੇ ਆਪਾਂ ਸਭ ਕੁਝ ਰੈਡੀਮੇਡ ਖੀਰ ਹੀ ਖਾਣੀ ਜਿਹੜੀ ਹੈ ਨਾ, ਉਹ ਅੱਛੇ ਪਾਠਕ ਹੋਣ ਦਾ ਨਤੀਜਾ ਨਹੀਂ। ਤੁਸੀਂ ਆਪ ਪੜੋ, ਆਪ ਦੇਖੋ, जी ਇਹ ਗਹਿਰਾਈ ਦੇਖੋ ਕਿ ਸਿਰਫ ਤੁਕਬੰਦੀ ਹੀ ਕਵਿਤਾ ਨਹੀਂ ਹੁੰਦੀ। जी ਕਵਿਤਾ ਦੇ ਵਿੱਚ ਤੁਹਾਨੂੰ ਨਾਲ ਸਫ਼ਰ ਕਰਨਾ ਪੈਂਦਾ ਤੇ जी ਤੁਹਾਡਾ ਬੌਧਿਕ ਵਿਕਾਸ, ਤੁਹਾਡਾ ਸ਼ਾਇਰੀ 'ਚ, ਤੁਹਾਡਾ ਹੋਰ ਪਾਸੇ ਤੁਹਾਨੂੰ जी ਆਪਣੇ ਆਪ ਹੀ ਲੱਗੇਗਾ ਕਿ ਤੁਸੀਂ ਬਦਲ ਚੁੱਕੇ ਹੋ। ਤੁਹਾਡੇ 'ਚ ਬਹੁਤ ਕੁਝ, ਤੁਹਾਡੀ ਵਿਜ਼ਨ 'ਚ ਫਰਕ ਪੈ ਗਿਆ। ਤਾਂ जी ਮੈਂ ਪਾਠਕਾਂ ਨੂੰ ਇਹ ਕਹਾਂਗਾ, ਤੇ ਲੇਖਕ ਜਿਹੜੇ ਸਾਡੇ ਅੱਗੋਂ ਆ ਰਹੇ ਉਹਨਾਂ ਨੂੰ, ਜਿਹੜੇ ਨਵੇਂ ਮੁੰਡੇ ਲਿਖਣਾ ਚਾਹੁੰਦੇ ਜਾਂ ਕੁੜੀਆਂ ਲਿਖਣਾ ਚਾਹੁੰਦੀਆਂ, ਉਹਨਾਂ ਨੂੰ ਮੇਰੀ ਇਹ ਸਲਾਹ ਵਾ ਕਿ ਉਹ ਸਮਕਾਲੀ ਸਾਹਿਤ ਨੂੰ, ਆਪਣੇ सर। ਪਹਿਲੇ ਸਾਹਿਤ ਨੂੰ ਔਰ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਪੜ੍ਹਨ, ਵੇਖਣ, ਸੋਚਣ। ਤੇ ਇੱਕ ਜਿਹੜੀ ਨੈਗੇਟਿਵ ਚੀਜ਼, ਮੈਂ ਉਹਨੂੰ ਨੈਗੇਟਿਵ ਕਹਿੰਦਾ, ਕਿ ਜਿਹੜੀ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਜਿਹੜੀ ਧੱਕਾ ਹੋ ਇਨਵੇਜਨ ਹੋ ਰਿਹਾ ਨਾ, ਜਿਹੜਾ ਸਾਨੂੰ ਡਰ ਕਈ ਵਾਰੀ ਹੁੰਦਾ ਕਿ ਬੁੱਕ ਕਲਚਰ ਖਤਮ ਨਾ ਹੋ ਜਾਏ। ਖਤਮ ਨਹੀਂ ਉਹ ਕਦੀ ਵੀ ਹੋਏਗਾ, ਪਰ ਉਹ ਜਿਹੜਾ ਨਾ, ਉਹ ਆਪਾਂ ਇੱਕ ਕਵਿਤਾ ਲਿਖ ਕੇ ਟਾਈਪ ਕਰਕੇ ਫੇਸਬੁੱਕ ਤੇ ਪਾ ਦਿੰਦੇ ਆ, ਉਹ ਲੋਕੀ ਪੜ੍ਹਿਓ ਬਗੈਰ ਲਾਈਕ ਮਤਲਬ ਅਣਚਾਹੀ ਔਰ ਬੇਲੋੜੀ ਪ੍ਰਸ਼ੰਸਾ ਜਿਹੜੀ ਆ ਉਹ ਉਨੀ ਖਤਰਨਾਕ ਆ ਜਿਹੜੀ ਬੇਲੋੜੀ ਨਿੰਦਿਆ। ਉਹ ਤੁਹਾਨੂੰ ਛੋਟਾ ਕਰਦੀ ਹੈ, ਤੁਹਾਨੂੰ ਸਫ਼ਰ, ਤੁਹਾਨੂੰ ਅੱਗੇ ਜਾਣ ਦੇ ਵਿੱਚ ਰੁਕਾਵਟ ਪਾਏਗੀ। ਤੋ ਨਵੇਂ ਲੇਖਕਾਂ ਨੂੰ ਇਹ ਬੇਨਤੀ ਹੈ ਕਿ ਉਹ ਆਪਣੇ ਆਪ ਨੂੰ ਆਪ ਕਟਹਿਰੇ 'ਚ ਖੜਾ ਕਰਕੇ ਆਪਣੀ ਰਚਨਾ ਨੂੰ ਵਾਚਣ, ਸਮਕਾਲੀ ਸਾਹਿਤ ਨੂੰ ਪੜ੍ਹਨ, ਪਹਿਲਿਆਂ ਨੂੰ ਵੀ ਅਗਲਿਆਂ ਨੂੰ ਵੀ, ਤੇ ਉਹ ਸ਼ਾਇਦ ਜ਼ਰੂਰ ਚੰਗੇ ਸਾਬਤ ਹੋਣਗੇ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੀ ਮਸਰੂਫੀਅਤ ਭਰੀ ਜ਼ਿੰਦਗੀ ਵਿੱਚੋਂ ਸਾਡੇ ਸੱਦੇ ਨੂੰ ਕਬੂਲਦੇ ਹੋਏ ਅੱਜ ਤੁਸੀਂ ਤਸ਼ਰੀਫ ਲਿਆਏ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮੈਨੂੰ ਬਹੁਤ ਚੰਗਾ ਲੱਗਾ ਬਲਜੀਤ ਜੀ ਤੁਹਾਡੇ ਨਾਲ ਗੱਲਾਂ ਕਰਕੇ। ਤੁਹਾਡੇ ਸਵਾਲ ਹੀ ਇੰਨੇ ਜ਼ਿਆਦਾ ਜਿਹੜੇ ਉਹ ਪ੍ਰੋਚਣ ਵਾਲੇ ਸੀ ਕਿ ਉਹ ਤੁਹਾਨੂੰ ਸਵਾਲ ਲੱਭਦਿਆਂ ਇਹ ਲੱਗਦਾ ਸੀ ਵੀ ਹੁਣ ਇਹਦਾ ਜਵਾਬ ਦੇਣਾ ਕੋਈ ਔਖਾ ਨਾ ਹੋ ਜਾਏ। ਤੇ ਮੈਂ ਤੁਹਾਡੇ ਸਹਿਯੋਗ, ਤੁਹਾਡੇ ਪ੍ਰਬੰਧਕਾਂ ਦਾ, ਤੁਹਾਡੇ ਪਾਠਕਾਂ ਦਾ, ਸਾਰਿਆਂ ਦਾ, ਤੁਹਾਡੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਸ਼ੁਕਰੀਆ ਵਧੀਆ। ਔਰ ਇਹ ਜਿਹੜੀਆਂ ਇਸ ਤਰ੍ਹਾਂ ਦੀ ਇੰਟਰੈਕਸ਼ਨ ਆ, ਇਹ ਸਾਡੇ ਚੋਂ ਵੀ ਅੱਗੇ ਲਈ ਇੱਕ ਹੋਰ ਨਵਾਂ ਟੀਚਾ ਰੱਖਦੀਆਂ ਕਿ ਵੀ ਨਾ ਕੁਝ ਹੋਰ ਚੰਗਾ ਕਰੀਏ। ਜੀ ਸਰ, ਬਹੁਤ ਬਹੁਤ ਮਿਹਰਬਾਨੀ ਸਰ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਔਰ ਮੈਂ ਇੱਕ ਸ਼ੇਰ ਦੇ ਨਾਲ ਗੱਲ ਖਤਮ ਕਰਾਂਗੀ कि आदमी परखने की ये भी एक निशानी है, आदमी परखने की ये भी एक निशानी है, गुफ्तगू बता देती है कि कौन कितना खानदानी है। तो साडे दोस्तां ने, साडे ਸਰੋਤਿਆਂ ਨੇ, ਸਾਡੇ ਦਰਸ਼ਕਾਂ ਨੇ ਅੱਜ ਦੀ ਇਸ ਮੁਲਾਕਾਤ ਤੋਂ, ਅੱਜ ਦੇ ਇਸ ਰੂਬਰੂ ਪ੍ਰੋਗਰਾਮ ਤੋਂ ਜ਼ਰੂਰ ਹੀ ਬਹੁਤ ਕੁਝ ਸਿੱਖਿਆ ਹੋਏਗਾ। तो सानू जरूर दसते रहना जी।
ਆਪਣੇ ਸੁਨੇਹਿਆਂ ਦੇ ਰਾਹੀਂ, ਆਪਣੇ ਕਮੈਂਟਸ ਦੇ ਰਾਹੀਂ। ਸੋ ਡਾਕਟਰ ਸਾਹਿਬ ਔਰ ਸਾਰੇ ਦਰਸ਼ਕਾਂ ਸਰੋਤਾਂ ਦੇ ਜੋ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਥੈਂਕ ਯੂ। ਮੈਂ ਇੰਟਰਪਸ਼ਨ ਲਈ ਸੌਰੀ ਚਾਹੁੰਦੀ ਹਾਂ, ਪਰ ਮੇਰੇ ਤੋਂ ਰਿਹਾ ਨਹੀਂ ਗਿਆ। ਸ਼ੁਕਰਗੁਜ਼ਾਰ ਹਾਂ ਡਾਕਟਰ ਬਲਜੀਤ, ਜਿਹੜਾ ਕਿ ਇਹੋ ਜਿਹੀ ਅਜ਼ੀਮ ਸ਼ਖਸੀਅਤ ਨੂੰ ਤੁਸੀਂ ਅੱਜ ਰੰਗ FM ਤੇ ਲੈ ਕੇ ਆਏ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਤਿਕਾਰ। ਮੈਨੂੰ ਇੰਨਾ ਮਤਲਬ ਤੁਹਾਡੀ ਜੋ ਸ਼ਾਇਰੀ ਹੈ, ਤੁਹਾਡੀ ਗਜ਼ਲ ਹੈ, ਉਹਨੇ ਮੇਰੇ ਨਾਲ ਹਰ ਮਤਲਬ ਮੈਂ ਦੇਖ ਰਹੀ ਸੀ, ਮੇਰੇ ਫਾਦਰ ਸਾਹਿਬ ਵੀ ਨਾਲ ਬੈਠੇ ਸਨ ਤੇ ਮੈਂ ਸੀ ਤੇ ਮੇਰਾ ਬੇਟਾ ਵੀ ਥੋੜਾ ਦੂਰ ਖੜਾ ਸੁਣ ਰਿਹਾ ਸੀ। ਜਦੋਂ ਮੈਂ ਸਟਾਰਟ ਕੀਤਾ ਤੇ ਸ਼ੋਅ ਚੱਲ ਚੁੱਕਿਆ ਸੀ ਤੇ ਮੈਂ ਅਜੇ ਘਰ 'ਚ ਹੀ ਸੀ ਤੇ ਇੰਨਾ ਮੁਤਾਸਿਰ ਕੀਤਾ ਵੀ ਖੜ ਕੇ ਐਵੇਂ ਸੁਣਨ ਲੱਗ ਗਏ ਤੇ ਪਾਪਾ ਦੇ ਮੂੰਹੋਂ ਨਿਕਲਿਆ, ਵਾਹ ਬੇਟਾ ਕਮਾਲ ਕਰਦਾ, ਇੰਨੇ ਅਜ਼ੀਮ ਸ਼ਾਇਰ। ਮੈਂ ਫਿਰ ਉਹਨਾਂ ਨੂੰ ਦੱਸਿਆ ਕਿ ਉਹ ਮੈਡੀਕਲ ਡਿਪਾਰਟਮੈਂਟ ਦੇ ਨੇ ਪਾਪਾ, ਇਹ ਸੱਚੀ ਮੁੱਚੀ ਦੇ ਕਿਤਾਬਾਂ ਵਾਲੇ ਡਾਕਟਰ ਨਹੀਂ, ਉਹ ਦੂਸਰੇ ਡਾਕਟਰ ਵੀ ਨੇ। ਕਹਿੰਦੇ ਵਾਹ ਸਦਕੇ। ਸੋ ਆਪ ਜੀ ਨੂੰ ਇੱਕ ਪ੍ਰੋਗਰਾਮ 'ਚ ਆਉਣ ਦਾ ਹੋਰ ਸੱਦਾ। ਅਸੀਂ ਡਾਕਟਰ ਬਲਜੀਤ ਹੋਰਾਂ ਰਾਹੀਂ ਤੁਹਾਡੇ ਨਾਲ ਅਸੀਂ ਰਾਬਤਾ ਕਰ ਲਾਂਗੇ ਸਰ। ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡਾ ਕੀਮਤੀ ਸਮਾਂ ਸਾਨੂੰ ਮੁੜ ਚਾਹੀਦਾ। ਇੰਨਾ ਕਮਾਲ ਦਾ ਤੁਸੀਂ ਦੱਸਦੇ ਹੋ, ਇੰਨੀਆਂ ਪਿਆਰੀਆਂ ਗੱਲਾਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਡਾਕਟਰ ਬਲਜੀਤ ਜੀ ਦਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। रंग 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 FM, रंग 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 FM। चुप नू भी हुण बोल मिले ने, सत्ते बूहे खोल मिले ने। हर चानण दा जाया ओ जिंदगी संग बोलूगा, हुण रंग बोलूगा।